ਧੰਨ ਵਾਹਿਗੁਰੂ ਜੀਓ। ਆਸਾ ਪਾਰ ਬ੍ਰਹਮ ਜੇ ਚੀਨਸੀ, ਆਸਾ ਤੇ ਨਾ ਭਾਵਸੀ। ਰਾਮਾ ਭਗਤਾਂ ਚੇਤੀਅਲੇ, ਅਚਿੰਤ ਮਨ ਰਾਖਸੀ। ਪਾਰ ਬ੍ਰਹਮ ਜੇ ਚੀਨਸੀ, ਆਸਾ ਤੇ ਨਾ ਭਾਵਸੀ। ਰਾਮਾ ਭਗਤਾਂ ਚੇਤੀਅਲੇ, ਅਚਿੰਤ ਮਨ ਰਾਖਸੀ। ਕੈਸੇ ਮਾਨੋ ਤਰਹਿੰਗਾ ਰੇ, ਸੰਸਾਰ ਸਾਗਰ ਬਿਖੈ ਕੋ ਬਨਾ। ਝੂਠੀ ਮਾਇਆ ਦੇਖ ਕੈ, ਭੂਲਾ ਰੇ ਮਨਾ। ਰਹਾਉ ਛੀਪੇ ਕੇ ਘਰ ਜਨਮ ਦੈਲਾ, ਗੁਰ ਉਪਦੇਸ਼ ਪਹਿਲਾ। ਸੰਤਾਂ ਕੈ ਪ੍ਰਸਾਦ, ਨਾਮਾ ਹਰ ਭੇਟੁਲਾ। ਛੀਪੇ ਕੇ ਘਰ ਜਨਮ ਦੈਲਾ, ਗੁਰ ਉਪਦੇਸ਼ ਪਹਿਲਾ। ਸੰਤਾਂ ਕੈ ਪ੍ਰਸਾਦ, ਨਾਮਾ ਹਰ ਭੇਟੁਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗਰੀਬ ਨਵਾਜ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰਾਂ ਦੇ ਸਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਵੱਡੇ ਭਾਗ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੇ ਹਨ। ਬੜੀ ਇਕਾਗਰਤਾ ਨਾਲ, ਬੜੇ ਸਤਿਕਾਰ ਨਾਲ ਗੁਰੂ ਦਰਬਾਰ ਵਿੱਚ ਸੱਜ ਕੇ ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਤਿਕਾਰਯੋਗ ਭਾਈ ਸਾਹਿਬਾਨ ਜੀ ਪਾਸੋਂ ਆਪ ਜੀ ਸ਼ਰਵਣ ਕਰ ਰਹੇ ਸੀ। ਅੱਜ ਦੇ ਇਹਨਾਂ ਵਿਸ਼ੇਸ਼ ਗੁਰਮਤਿ ਦੀਵਾਨਾਂ ਦੇ ਵਿੱਚ ਸਤਿਗੁਰੂ ਦੀ ਪਾਵਨ ਬਾਣੀ ਦੇ ਪਾਠ, ਗੁਰਬਾਣੀ ਦੇ ਕੀਰਤਨ ਦਾ ਆਪ ਜੀ ਨੇ ਲਾਹਾ ਪ੍ਰਾਪਤ ਕੀਤਾ ਹੈ। ਸਮਾਂ ਹੈ ਸਤਿਗੁਰੂ ਦੀ ਪਾਵਨ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚੋਂ ਜੋ ਲੜੀਵਾਰ ਰੋਜ਼ਾਨਾ ਹੀ ਸ਼ਾਮ ਦੇ ਦੀਵਾਨਾਂ ਵਿੱਚ ਕਥਾ ਵਿਚਾਰ ਹੁੰਦੀ ਹੈ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਦੀ ਸਮੁੱਚੀ ਬਾਣੀ ਨੂੰ ਵਿਚਾਰਨ ਉਪਰੰਤ ਭਗਤ ਰਵਿਦਾਸ ਜੀ ਦੀ ਸਮੁੱਚੀ ਬਾਣੀ ਅਤੇ ਦੂਜੇ ਭਗਤ ਸਾਹਿਬਾਨਾਂ ਦੇ ਸ਼ਬਦਾਂ ਨੂੰ ਵਿਚਾਰਨ ਦਾ ਯਤਨ ਕੀਤਾ ਗਿਆ ਹੈ। ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ ਸ਼ਬਦਾਂ ਅਤੇ ਸ਼ਲੋਕਾਂ ਦੀ ਲੜੀਵਾਰ ਵਿਚਾਰ ਉਪਰੰਤ ਭਗਤ ਨਾਮਦੇਵ ਸਾਹਿਬ ਜੀ ਦੇ ਸ਼ਬਦਾਂ ਦੀ ਕਥਾ ਪਿਛਲੇ ਹਫ਼ਤੇ ਤੋਂ ਆਰੰਭ ਕਰਨ ਦਾ ਯਤਨ ਕੀਤਾ ਹੈ। ਭਗਤ ਨਾਮਦੇਵ ਸਾਹਿਬ ਜੀ ਦੇ ਆਸਾ ਰਾਗ ਦੇ ਵਿੱਚ ਕੁੱਲ 5 ਸ਼ਬਦ ਹਨ। ਵੈਸੇ ਸਮੁੱਚੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਭਗਤ ਨਾਮਦੇਵ ਜੀ ਦੇ 61 ਸ਼ਬਦ ਹਨ, ਵੱਖ-ਵੱਖ 18 ਰਾਗਾਂ ਦੇ ਵਿੱਚ। ਔਰ ਇਹਨਾਂ ਸ਼ਬਦਾਂ ਦੀ
ਲੜੀਵਾਰ ਵਿਚਾਰ ਸਤਿਗੁਰੂ ਦੀ ਪਾਵਨ ਬਾਣੀ ਨੂੰ ਸਮਝਣ ਵਿਚਾਰਨ ਦਾ ਉਪਰਾਲਾ ਜਿਹੜਾ ਹੈ ਗੁਰੂ ਦੀ ਮਿਹਰ ਸਦਕਾ ਆਪਾਂ ਕਰ ਰਹੇ ਹਾਂ। ਆਪ ਜੀ ਨੇ ਜਿਸ ਸ਼ਬਦ ਦਾ ਪਾਠ ਸੁਣਿਆ ਹੈ, ਆਸਾ ਰਾਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 486 ਉੱਪਰ ਇਹ ਪਾਵਨ ਸ਼ਬਦ ਸੁਭਾਇਮਾਨ ਹੈ। ਸ਼ਬਦ ਦਾ ਰਹਾਉ ਵਾਲਾ ਬੰਦ ਹੈ। ਕੈਸੇ ਮਾਨੋ ਤਰਹੇਗਾ ਰੇ ਸੰਸਾਰ ਸਾਗਰ ਬਿਖੈ ਕੋ ਬਨਾ। ਸਤਿਗੁਰੂ ਨੇ ਰਹਾਉ ਦੇ ਬੰਦ ਵਿੱਚ ਮਨ ਨੂੰ ਸੰਬੋਧਨ ਕੀਤਾ ਹੈ। ਜਦੋਂ ਅਸੀਂ ਮਹਾਰਾਜ ਦੀ ਪਾਵਨ ਬਾਣੀ ਨੂੰ ਧਿਆਨ ਨਾਲ ਪੜ੍ਹੀਏ ਤਾਂ ਬਾਣੀ ਦੇ ਅੰਦਰ ਸਤਿਗੁਰੂ ਨੇ ਬਾਰ-ਬਾਰ ਮਨ ਨੂੰ ਹੀ ਸੰਬੋਧਨ ਕਰਕੇ ਮਨ ਦੇ ਪੱਧਰ ਉੱਤੇ ਹੀ ਵਿਚਾਰ ਕੀਤੀ ਹੈ। ਜਦੋਂ ਸਤਿਗੁਰੂ ਦੀ ਬਾਣੀ ਦੇ ਇਸ ਪੱਖ ਨੂੰ ਵਿਚਾਰੀਦਾ ਤੇ ਮਨ ਵਿੱਚ ਖਿਆਲ ਆਉਂਦਾ ਕਿ ਆਪਣੇ ਮਨ ਨੂੰ ਸਮਝਾਉਣ ਵਾਸਤੇ ਅਸੀਂ ਬਾਣੀ ਬਹੁਤ ਘੱਟ ਪੜ੍ਹਦੇ, ਸੁਣਦੇ, ਸੁਣਾਉਂਦੇ, ਗਾਉਂਦੇ ਤੇ ਕਥਦੇ ਹਾਂ। ਜੇ ਕਿਤੇ ਅਸੀਂ ਆਪਣੇ ਮਨ ਨੂੰ ਸਮਝਾਉਣ ਲਈ ਜਾਂ ਆਪਣੇ ਮਨ ਦੇ ਪੱਧਰ ਉੱਤੇ ਬਾਣੀ ਪੜ੍ਹਨ ਦਾ ਉਪਰਾਲਾ ਕਰਨਾ ਆਰੰਭ ਕਰ ਦਈਏ ਤੇ ਸਾਡੇ ਅੰਦਰ ਇੰਨੀ ਡਿਸਟਰਬੈਂਸ ਤੇ ਇੰਨੀ ਟੁੱਟ ਭੱਜ ਨਹੀਂ ਹੋਵੇਗੀ ਜਿੰਨੀ ਅਸੀਂ ਆਪਣੀ ਜ਼ਿੰਦਗੀ ਵਿੱਚ ਡਿਸਟਰਬੈਂਸ ਤੇ ਟੁੱਟ ਭੱਜ ਦੇ ਸ਼ਿਕਾਰ ਹੁੰਦੇ। ਸਾਡੀਆਂ 80% ਤੋਂ ਵੱਧ ਜਿਹੜੀਆਂ ਬਿਮਾਰੀਆਂ ਨੇ ਉਹ ਮਾਨਸਿਕ ਨੇ। ਮਾਨਸਿਕ ਤੇ ਆਤਮਿਕ ਰੋਗ ਜਿਹੜੇ ਨੇ ਉਹ ਸਾਨੂੰ ਲੱਗੇ ਹੋਏ ਨੇ। ਅਸੀਂ ਉਹਨਾਂ ਚੀਜ਼ਾਂ ਵੱਲ ਬਹੁਤ ਘੱਟ ਧਿਆਨ ਦਿੰਦੇ ਹਾਂ। ਸਤਿਗੁਰੂ ਬਾਣੀ ਦੇ ਅੰਦਰ ਇਹ ਮਨ ਪਿਆਰਿਆ, ਇਹ ਮਨ ਚੰਚਲਾ, ਮਨ ਕਰਹਲਾ ਪਰਦੇਸੀਆ, ਮਨ ਖੁਟਹਰ ਤੇਰਾ ਨਹੀਂ ਵਿਸਾਸ, ਕਬੀਰ ਮਨ ਪੰਖੀ ਭਇਓ, ਕਿੰਨੇ ਪ੍ਰਮਾਣ ਨੇ। ਮਨ ਨੂੰ ਵੱਖਰੇ ਵੱਖਰੇ ਢੰਗ ਦੇ ਨਾਲ ਸਤਿਗੁਰੂ ਸੰਬੋਧਨ ਹੋਏ। ਆਖਰ ਸਾਡਾ ਜੀਵਨ ਚੱਲ ਤੇ ਖਿਆਲਾਂ ਦੀ ਉਡਾਰੀ ਨਾਲ ਹੀ ਰਿਹਾ, ਫੁਰਨਿਆਂ ਨਾਲ ਹੀ ਚੱਲ ਰਿਹਾ। ਜੋ ਵੀ ਕੰਮ ਅਸੀਂ ਕਰਦੇ ਹਾਂ ਜ਼ਿੰਦਗੀ ਦੇ ਵਿੱਚ, ਭਾਵੇਂ ਉਹ ਚੰਗਾ ਹੈ, ਭਾਵੇਂ ਉਹ ਮਾੜਾ ਹੈ, ਭਾਵੇਂ ਉਹ ਸਹੀ ਹੈ, ਭਾਵੇਂ ਉਹ ਗਲਤ ਹੈ, ਉਹ ਚੱਲਦਾ ਤੇ ਫੁਰਨਿਆਂ ਕਰਕੇ ਹੀ ਹੈ ਨਾ। ਫੁਰਨਾ ਮਨ ਵਿੱਚ ਪੈਦਾ ਹੋਇਆ ਤੇ ਬੰਦੇ ਨੇ ਉਸ ਨੂੰ ਪ੍ਰੈਕਟਿਸ ਕੀਤਾ ਤੇ ਕਰਮ ਬਣ ਗਿਆ। ਯਾਨੀ ਕਿ ਕਰਮ ਦਾ ਬੀਜ ਸਾਡੇ ਮਨ ਦੀ ਭੂਮੀ ਦੇ ਉੱਤੇ ਖਿਆਲ ਦੇ ਰੂਪ ਵਿੱਚ ਪੈਂਦਾ ਹੈ। ਜਿਹੋ ਜਿਹਾ ਖਿਆਲ, ਜਿਹੋ ਜਿਹਾ ਫੁਰਨਾ ਅੰਦਰ ਪੈਦਾ ਹੋ ਗਿਆ, ਉਹੋ ਜਿਹਾ ਵਿਹਾਰ ਤੇ ਉਹੋ ਜਿਹਾ ਕਰਮ ਇਨਸਾਨ ਕਰਨਾ ਆਰੰਭ ਕਰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸੇ ਕਰਕੇ ਬਾਰ-ਬਾਰ ਮਨ ਨੂੰ ਸਮਝਾਇਆ ਹੈ, ਮਨ ਨੂੰ ਪ੍ਰੇਰਨਾ ਕੀਤੀ ਹੈ, ਮਨ ਦੇ ਪੱਧਰ ਉੱਤੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਇਹ ਸ਼ਬਦ ਕੈਸੇ ਮਨ, ਹੇ ਮੇਰੇ ਮਨ ਕਿਵੇਂ ਤਰਹੇਗਾ ਰੇ, ਤੂੰ ਪਾਰ ਹੋਏਗਾ, ਤਰੇਗਾ। ਸੰਸਾਰ ਸਾਗਰ ਬਿਖੈ ਕੋ ਬਨਾ, ਸੰਸਾਰ ਰੂਪੀ ਸਮੁੰਦਰ ਨੂੰ ਜਿਹੜਾ ਕਿ ਵਿਸ਼ਿਆਂ ਤੇ ਵਿਕਾਰਾਂ ਦੇ ਨਾਲ ਭਰਿਆ ਹੋਇਆ ਹੈ। ਭਗਤ ਨਾਮਦੇਵ ਸਾਹਿਬ ਨੇ ਪ੍ਰਤੀਕ ਬਹੁਤ ਵਰਤੇ ਨੇ। ਉਹਨਾਂ ਦਾ ਤੇ ਸ਼ਬਦ ਦੀ ਸਿੱਧੇ ਸ਼ਬਦਾਂ 'ਚ ਅਰਥਾਂ 'ਚ ਇਹ ਹੈ, ਲੋਭ ਲਹਿਰਿਆਤ ਨੀਜਰ ਬਾਜੈ, ਕਾਇਆ ਡੂਬੈ ਕੇਸ਼ਵਾ। ਲੋਭ ਦੀਆਂ ਲਹਿਰਾਂ ਛੱਲਾਂ ਉੱਠਦੀਆਂ ਨੇ। ਨੀਜਰ ਦਾ ਮਤਲਬ ਹੁੰਦਾ ਵੀ ਚਾਰ ਚਫੇਰਿਓਂ ਹਵਾ ਕੁਰਕੀ ਵਗੇ ਤੇ ਪਾਣੀ ਜਿਹੜਾ ਉਹ ਲਹਿਰਾਂ ਨਾਲ ਨਹਿਰਾਂ ਟਕਰਾ ਕੇ ਘੁੰਮਣ ਘੇਰੀ ਜੀ ਬਣ ਜਾਏ, ਉਹਨੂੰ ਕਿਹਾ ਜਾਂਦਾ ਹੈ ਨੀਜਰ ਵਜਣ। ਲੋਭ ਲਹਿਰਿਆਤ ਨੀਜਰ ਬਾਜੈ, ਕਾਇਆ ਡੂਬੈ ਕੇਸ਼ਵਾ। ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਹੁਣ ਸਾਨੂੰ ਲੱਗਦਾ ਇਹ ਕੋਈ ਏਡੀ ਵੱਡੀ ਪ੍ਰੋਬਲਮ ਤੇ ਨਹੀਂ ਹੈ ਲੋਭ, ਪਰ ਗੁਰੂ ਸਾਹਿਬ ਨੇ ਆਖਿਆ ਜੇ ਤੁਸੀਂ ਗਹਿਨ ਅਧਿਐਨ ਕਰਕੇ ਵੇਖੋ ਤੇ ਬੜਾ ਵੱਡਾ ਰੋਗ ਹੈ। ਜ਼ਿੰਦਗੀ ਭਰ ਦੀ ਵਫਾਦਾਰੀ ਨੂੰ ਦਾਗ ਲਵਾ ਦਿੰਦਾ ਲੋਭ, ਜੇ ਸੁਰਤ ਉੱਤੇ ਹਾਵੀ ਹੋ ਜਾਏ। ਮੈਂ ਕਈ ਵਾਰ ਇਹ ਉਦਾਹਰਣ ਸਾਂਝੀ ਕੀਤੀ। ਕਿਸੇ ਅਖਬਾਰ ਦੇ ਵਿੱਚ ਪੁਲਿਸ ਨੇ ਨੋਟਿਸ ਕੱਢਿਆ, ਕਿਸੇ ਬੰਦੇ ਦੀ ਤਲਾਸ਼ ਸੀ, ਉਹਦੀ ਸ਼ਨਾਖਤ ਦਿੱਤੀ ਗਈ ਤੇ ਨਾਲ ਥੱਲੇ ਇੱਕ ਲਾਈਨ ਲਿਖੀ ਸੀ, 15 ਸਾਲ ਤੋਂ ਫਲਾਣੇ ਘਰ ਵਿੱਚ ਨੌਕਰ ਰਿਹਾ, ਆਪਣੇ ਮਾਲਕ ਦਾ ਕਤਲ ਕਰਕੇ ਉਹਨਾਂ ਦੀ ਸੰਪਤੀ ਲੁੱਟ ਕੇ ਫਰਾਰ ਹੋ ਗਿਆ। ਜੇ ਕਿਸੇ ਨੂੰ ਪਤਾ ਲੱਗੇ ਤੇ ਉਹ ਜ਼ਰੂਰ ਦੱਸੇ, ਇੰਨਾ ਇਨਾਮ ਦਿੱਤਾ ਜਾਏ। ਕਮਾਲ ਹੈ, 15 ਸਾਲ
ਜਿਸ ਘਰ ਦੇ ਵਿੱਚ ਉਹ ਰਿਹਾ, ਜਿਸ ਪਰਿਵਾਰ ਨਾਲ ਉਹਦਾ ਨਾਤਾ ਬਣ ਗਿਆ, ਜਿਸ ਪਰਿਵਾਰ ਦੇ ਸਿਰੋਂ ਉਹਦਾ ਰੁਜ਼ਗਾਰ ਤੇ ਪਰਿਵਾਰ ਪਲਿਆ, ਜਿਸ ਪਰਿਵਾਰ ਦੇ ਨਾਲ ਉਹ ਇੱਕ ਪਰਿਵਾਰ ਦਾ ਹੀ ਹਿੱਸਾ ਬਣ ਕੇ, ਪਰਿਵਾਰ ਦਾ ਹੀ ਮੈਂਬਰ ਬਣ ਕੇ ਰਹਿੰਦਾ ਰਿਹਾ, 15 ਸਾਲ ਬਾਅਦ ਜਦੋਂ ਇੰਨਾ ਯਕੀਨ ਬਣ ਗਿਆ, ਇੰਨਾ ਵਿਸ਼ਵਾਸ ਬਣ ਗਿਆ ਪਰਿਵਾਰ ਨੂੰ ਵੀ ਇਹ ਬੰਦਾ ਸਾਡੇ ਨਾਲ ਧੋਖਾ ਨਹੀਂ ਕਰ ਸਕਦਾ, ਘਰ ਦੇ ਭੇਤ ਉਹਨੂੰ ਪਤਾ ਲੱਗ ਗਿਆ, ਤੇ 15 ਸਾਲ ਬਾਅਦ ਉਹਦੇ ਅੰਦਰ ਲੋਭ ਜਾਗਿਆ ਵੀ ਮੈਂ 2000 ਤੇ ਕਿੰਨਾ ਕੁ ਸਮਾਂ ਡੰਗ ਟਪਾਉਂਦਾ ਰਹਾਂਗਾ, ਇੱਕੇ ਵਾਰਾਂ ਹੀ ਹੱਥ ਮਾਰਾਂ ਤੇ ਸਭ ਕੁਝ ਲੈ ਕੇ ਨਿਕਲ ਜਾਵਾਂ, ਗਰੀਬੀ ਕੱਟੀ ਜਾਏ, ਘੱਟੋ ਘੱਟ ਮੇਰੀ ਗਰੀਬੀ ਨਹੀਂ ਤੇ ਮੇਰੇ ਪਰਿਵਾਰ ਦੀ ਗਰੀਬੀ ਕੱਟੀ ਜਾਏ। ਲੋਭ ਦੇ ਉਛਾਲੇ ਨੇ 15 ਸਾਲ ਦੀ ਘਾਲਣਾ, ਵਫਾਦਾਰੀ, ਪ੍ਰੇਮ, ਇਤਫਾਕ, ਯਕੀਨ ਮਿੱਟੀ 'ਚ ਮਿਲਾ ਸੁੱਟਿਆ। ਲੋਭ ਦੇ ਉਛਾਲੇ ਨੇ, ਲੋਭ ਦਾ ਉਛਾਲਾ ਜਿਹੜਾ ਹੈ ਉਹ ਖੂਨ ਦੇ ਰਿਸ਼ਤਿਆਂ ਨੂੰ ਪਾਣੀ ਤੋਂ ਪਤਲਾ ਕਰ ਦਿੰਦਾ। ਲੋਭ ਦਾ ਉਛਾਲਾ ਜਿਹੜਾ ਹੈ ਉਹ ਆਪਣੇ ਇਸ਼ਟ ਨਾਲ ਦਗਾ ਕਰਨ ਵਾਸਤੇ ਬੰਦੇ ਨੂੰ ਪ੍ਰੇਰਨਾ ਕਰਕੇ ਤਿਆਰ ਕਰ ਦਿੰਦਾ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸੰਸਕ੍ਰਿਤੀ ਸ਼ਲੋਕਾਂ ਵਿੱਚ ਫਰਮਾਇਆ, ਹੇ ਲੋਭਾ ਲੰਪਟ। ਲੰਪਟ ਸ਼ਬਦ ਦਾ ਮਤਲਬ ਹੁੰਦਾ ਹੈ ਚੰਚਲਤਾ, ਜਿਹੜਾ ਇੱਕ ਥਾਵੇਂ ਨਾ ਟਿਕੇ। ਹੇ ਲੋਭਾ ਲੰਪਟ ਸੰਗ ਸਿਰ ਮੋਰਹ, ਅਨਕ ਲਹਿਰੀ ਕਲੋਲ ਤੇ। ਤੇਰੇ ਅੰਦਰ ਇੱਕ ਵੇਵਸ ਪੈਦਾ ਹੁੰਦੀਆਂ ਨੇ ਮਨ 'ਚ, ਜਿਵੇਂ ਹਵਾ ਦੇ ਝੌਂਕੇ ਆਉਂਦੇ ਨਾ, ਮਨ ਦੇ ਅੰਦਰ ਇੱਕ ਉਤੇਜਨਾ ਪੈਦਾ ਹੁੰਦੀ, ਬਾਰ-ਬਾਰ ਇੱਕ ਖਿਆਲ ਪੈਦਾ ਹੁੰਦਾ, ਕਦੇ ਕਿਸੇ ਚੀਜ਼ ਦੀ ਤਲਬ ਹੁੰਦੀ ਹੈ, ਕਦੇ ਕਿਸੇ ਚੀਜ਼ ਦੀ ਜਗਿਆਸਾ, ਕਦੇ ਕਿਸੇ ਚੀਜ਼ ਦੀ ਭੁੱਖ, ਤੇ ਉਹ ਕੋਈ ਇੱਕ ਤਰ੍ਹਾਂ ਦੀ ਨਹੀਂ, ਹੋਰ ਕਿਸ ਤਰ੍ਹਾਂ ਦਾ ਖਿਆਲ ਮਨ ਵਿੱਚ ਆ ਜਾਏ। ਅਨਕ ਲਹਿਰੀ ਕਲੋਲ ਤੇ ਤਾਵੰਤ ਜੀਆ ਬਹੁ ਪ੍ਰਕਾਰੰ, ਅਨਕ ਭਾਂਤ ਬਹੁ ਡੋਲ ਤੇ। ਨਚ ਮਿੱਤਰੰ, ਜਦੋਂ ਲੋਭ ਸੁਰਤ ਤੇ ਹਾਵੀ ਹੋਵੇ ਤੇ ਕੋਈ ਮਿੱਤਰ ਨਹੀਂ, ਬੰਦਾ ਆਪਣੇ ਮਿੱਤਰ ਨਾਲ ਵੀ ਦਗਾ ਕਰਨ ਤੋਂ ਗੁਰੇਜ਼ ਨਹੀਂ ਕਰਦਾ। ਨਚ ਮਿੱਤਰੰ ਨਚ ਇਸ਼ਟੰ, ਇਸ਼ਟ ਦਾ ਮਤਲਬ ਹੁੰਦਾ ਹੈ ਆਪਣਾ ਇਸ਼ਟ, ਭਗਵਾਨ, ਪ੍ਰਭੂ। ਉਦੋਂ ਬੰਦੇ ਦੇ ਅੰਦਰ ਨਾਸਤਿਕਤਾ ਪੈਦਾ ਹੋ ਜਾਂਦੀ, ਕਿਹੜਾ ਰੱਬ, ਇੰਨੇ ਚਿਰ ਦਾ ਰੱਬ ਨੇ ਮੇਰਾ ਕੀ ਕੀਤਾ ਹੈ, ਇੰਨੇ ਚਿਰ ਦਾ ਗੁਰੂ ਨੇ ਮੇਰਾ ਕੀ ਸਵਾਰਿਆ ਹੈ, ਇੰਨੇ ਚਿਰ ਦਾ ਦੇਵਤਾ ਕਿੱਥੇ ਸੀ। ਸਾਰੀ ਭਗਤੀ, ਸਾਰਾ ਅਭਿਆਸ, ਸਾਰੇ ਧਰਮ ਕਰਮ, ਸਾਰੀ ਪ੍ਰਕਿਰਿਆ ਖੂਹ ਖਾਤੇ ਜਾ ਪਈ, ਕਿਉਂਕਿ ਲੋਭ ਨੇ ਤੁਹਾਡੇ ਅੰਦਰ ਤਰਕ ਵੀ ਪੈਦਾ ਕਰ ਦੇਣਾ, ਪਾਪ ਕਰਨ ਦਾ ਤਰਕ। ਪਾਪ ਕਰਨ ਲਈ ਤੁਹਾਡੇ ਅੰਦਰ ਦਲੀਲ ਸਿਰਜ ਦੇਣੀ, ਫਲਾਣੇ ਨੂੰ ਕੀ ਹੋ ਗਿਆ, ਢਮਕਾਣੇ ਦਾ ਰੱਬ ਨੇ ਕੀ ਕਰ ਲਿਆ। ਇਹ ਪ੍ਰਸ਼ਨ ਪਹਿਲਾਂ ਨਹੀਂ ਸੀ ਉਪਜਿਆ, ਜਦੋਂ ਲੋਭ ਤੁਹਾਡੇ ਅੰਦਰ ਹਾਵੀ ਹੋਇਆ ਤਦੋਂ ਹੀ, ਜਦੋਂ ਤੁਹਾਡੀ ਸੁਰਤ ਫਿਸਲ ਰਹੀ ਸੀ ਤਦੋਂ ਪੈਦਾ ਹੋਇਆ, ਪਹਿਲੋਂ ਨਹੀਂ ਹੋਇਆ। ਇਸ ਵਾਸਤੇ ਹਜ਼ੂਰ ਨੇ ਆਖਿਆ, ਨਚ ਇਸ਼ਟੰ ਨਚ ਬਾਂਧਵ ਨਚ ਮਾਤ ਪਿਤਾ ਤਵ ਲੱਜਿਆ। ਨਾ ਉਹਦਾ ਕੋਈ ਮਾਂ ਪਿਓ ਹੈ, ਨਾ ਉਹਨੂੰ ਕਿਸੇ ਦੀ ਲੱਜ ਹੈ, ਸ਼ਰਮ ਹੈ, ਹਯਾ ਹੈ। ਅਕਰਣੰ ਕਰੋਧ, ਜਿਹੜਾ ਕੰਮ ਨਹੀਂ ਨਾ, ਜਿਹੜਾ ਨਜਾਇਜ਼ ਹੈ, ਨਹੀਂ ਕਰਨਾ ਚਾਹੀਦਾ, ਜਾਇਜ਼ ਨਹੀਂ, ਉਹ ਵੀ ਕਰ ਲੈਂਦਾ। ਅਖਾਦਿਅੰ ਖਾਦਿਅੰ, ਜੋ ਗ੍ਰਹਿਣ ਕਰਨ ਯੋਗ ਨਹੀਂ, ਜੋ ਅਸੈਪਟੇਬਲ ਨਹੀਂ, ਉਹਨੂੰ ਅਸੈਪਟ ਕਰ ਲਿਆ। ਅਸਾਜਿਅੰ ਸਾਜ ਸਮਝਿਆ, ਜੋ ਅਡੰਬਰ ਨਹੀਂ ਰਚਣੇ ਚਾਹੀਦੇ, ਜੋ ਪਖੰਡ ਨਹੀਂ, ਉਹ ਵੀ ਕਰ ਲੈਂਦਾ, ਕਿਉਂਕਿ ਪਿੱਛੇ ਜਿਹੜੀ ਸੁਰਤ ਹੈ ਉਹ ਕੁਝ ਹੋਰ ਹੈ। ਉਹ ਚੀਜ਼ ਉਸ ਨੂੰ ਹਰ ਬੁਰੇ ਕਰਮ ਕਰਨ ਵਾਸਤੇ, ਅੰਜਾਮ ਦੇਣ ਵਾਸਤੇ ਉਹਨੂੰ ਪ੍ਰਪੇਅਰ ਕਰ ਗਈ। ਉਹ ਔਗਣ ਦਾ ਜ਼ੋਰ ਉਹਦੀ ਸੁਰਤ ਦੇ ਉੱਤੇ ਇੰਨਾ ਵੱਧ ਗਿਆ। ਤਾਂ ਗੁਰੂ ਸਾਹਿਬ ਨੇ ਬਹੁਤ ਬਾਣੀ ਦੇ ਅੰਦਰ ਇਸ ਪੱਖ ਦੀ ਤਫਸੀਲ ਨਾਲ ਵਿਆਖਿਆ ਕੀਤੀ ਹੈ, ਬਾਰ-ਬਾਰ ਹਰ ਥਾਂ ਦੇ ਉੱਤੇ ਕੀਤੀ ਹੈ। ਜਦੋਂ ਸੰਸਾਰ ਨੂੰ ਸਮੁੰਦਰ ਕਹੇ ਭਗਤ ਨਾਮਦੇਵ ਸਾਹਿਬ ਨੇ, ਤੇ ਉਚੇਚਾ ਕਿਹਾ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਤੂੰ ਹੀ ਹੈ ਮੇਰੀ ਰੱਖਿਆ ਕਰੇ, ਮੈਨੂੰ ਬਚਾ ਲੈ, ਤੇ ਮੇਰੇ ਅੰਦਰ ਇਹੋ ਜਿਹੀ ਬਿਮਾਰੀ ਜਿਹੜੀ ਹੈ, ਮੇਰੇ ਮਨ ਦਾ ਰੋਗ ਜਿਹੜਾ ਇਹ ਪੈਦਾ ਨਾ ਹੋਵੇ। ਤੇ ਕੋਈ ਇੱਕ ਰੋਗ ਨਹੀਂ ਹੈ ਵੀ ਇਕੱਲਾ ਲੋਭ ਹੀ ਰੋਗ ਹੈ, ਕ੍ਰੋਧ ਵੀ ਰੋਗ ਹੈ। ਪਹਿਲਾਂ ਬੰਦਾ ਗੁੱਸੇ 'ਚ ਆ ਕੇ ਸਿਰ ਪਾੜਦਾ, ਤੇ ਫਿਰ ਤਰੀਕਾਂ ਭੁਗਤਦਾ, ਫਿਰ ਮਾਫੀਆਂ ਵੀ ਮੰਗਦਾ, ਫਿਰ ਗੈਲ ਨਹੀਂ ਛੁੱਟਦੀ। ਫਿਰ ਅਸੀਂ ਇਹੋ ਹੀ ਦਲੀਲ ਦਿੰਦੇ ਜੀ ਮੈਨੂੰ ਪਤਾ ਨਹੀਂ ਲੱਗਿਆ, ਮੈਂ ਗੁੱਸੇ ਵਿੱਚ ਸਾਂ। ਉਹ ਘੜੀ, ਉਹ ਪਲ, ਉਹ ਜਿਹੜਾ ਘੜੀ ਤੇ ਉਹ ਪਲ ਜਿਹੜਾ ਹੈ ਉਹ ਪਲਿਆ ਸਾਡੇ ਜੀਵਨ, ਉਹ ਅਚਾਨਕ ਨਹੀਂ ਆ ਗਿਆ। ਕਿਤੇ ਸਪੇਸ ਸੀ ਮਨ ਵਿੱਚ, ਉਸ ਚੀਜ਼ ਦੀ ਗੁੰਜਾਇਸ਼ ਰਹੀ, ਤੇ ਜਦੋਂ ਸਮਾਂ ਬਣਿਆ ਉਹ ਪ੍ਰਗਟ ਹੋ ਗਈ। ਐਵੇਂ ਥੋੜਾ ਹਵਾ 'ਚੋਂ ਥੋੜਾ ਆ ਗਈ ਉਹ।
ਕਿਤੇ ਜੀਵਨ 'ਚ ਉਹਦੀ ਥਾਂ ਬਣੀ ਹੋਈ ਸੀ ਨਾ, ਕਿਤੇ ਉਹਨੂੰ ਜਗ੍ਹਾ ਮਿਲੀ ਹੈ ਮਨ ਅੰਦਰ, ਸੁਰਤ ਅੰਦਰ ਕਿਸੇ ਵੇਲੇ, ਤੇ ਉਹ ਚੀਜ਼ ਹੌਲੀ ਹੌਲੀ ਜ਼ਾਹਰ ਹੋ ਗਈ, ਪ੍ਰਗਟ ਹੋ ਗਈ, ਉਹਨੇ ਆਪਣਾ ਅਸਰ ਦਿਖਾਇਆ, ਆਪਣਾ ਜੋ ਜੀ ਹੋਏ ਸੋ ਗਵੈ ਮੋਹ ਕਾ ਕਹਿਆ। ਜਦੋਂ ਸਾਡੇ ਸਾਹਮਣੇ ਇਹ ਵਿਚਾਰ ਆਉਂਦਾ ਹੈ ਨਾ ਵੀ ਸਾਨੂੰ ਸਤ ਸੰਗਤ ਕਰਨੀ ਚਾਹੀਦੀ ਹੈ, ਤੇ ਆਮ ਤੌਰ 'ਤੇ ਅਸੀਂ ਇਹ ਪ੍ਰਸ਼ਨ ਕਰਦੇ ਹਾਂ ਵੀ ਇਹਦਾ ਕੀ ਫਾਇਦਾ ਹੋਏਗਾ। ਪਹਿਲਾ ਸਾਡਾ ਪ੍ਰਸ਼ਨ ਹੁੰਦਾ ਕੀ ਮਿਲੇਗਾ, ਕੀ ਮਿਲੇਗਾ। ਰੋਜ਼ ਸਾਨੂੰ ਥੋੜ੍ਹਾ ਬਹੁਤਾ ਸਮਾਂ ਜਿੰਨਾ ਵੀ ਹੈ ਉਹ ਬਾਣੀ ਪੜ੍ਹਨੀ ਚਾਹੀਦੀ। ਕੀ ਮਿਲੇਗਾ, ਕੀ ਹੋ ਜਾਏਗਾ ਇਹਦੇ ਨਾਲ? ਇਹ ਜਿਹੜੇ ਸਵਾਲ ਨੇ, ਇਹ ਜਿਹੜੇ ਪ੍ਰਸ਼ਨ ਨੇ, ਜਿਹੜਾ ਆਪਾਂ ਵਿਸ਼ਾ ਵਿਚਾਰ ਰਹੇ ਹਾਂ, ਇਹੀ ਇਹਦਾ ਉੱਤਰ ਹੈ। ਧਿਆਨ ਵਿੱਚ ਰੱਖਣਾ ਕਿ ਸਾਡੇ ਮਨ ਅੰਦਰੋਂ ਕਾਂਗਿਆਰੀ ਪੈਦਾ ਨਾ ਹੋਵੇ, ਇਸ ਲਈ ਅਸੀਂ ਚੰਗੇ ਕੰਮ ਦਾ, ਕਿਸੇ ਨੇਕ ਅਮਲ ਦਾ ਅਭਿਆਸ ਕਰਦੇ ਰਹੀਏ, ਤਾਂ ਕਿ ਸਾਡੇ ਅੰਦਰ ਦੀ ਜਿਹੜੀ ਗੁੰਜਾਇਸ਼ ਹੈ, ਸੰਭਾਵਨਾ ਹੈ, ਪੋਸੀਬਿਲਿਟੀ ਹੈ ਜੀਵਨ ਦੇ ਰਾਹ ਤੋਂ ਥਿੜਕ ਜਾਣ ਦੀ, ਉਹ ਘਟ ਜਾਏ ਤੇ ਮੁੱਕ ਜਾਏ। ਸਾਡੇ ਅੰਦਰ ਰੋਗ ਨੇ ਜਿਹੜੇ ਸਿਰ ਚੁੱਕ ਸਕਦੇ ਨੇ ਮੌਕੇ ਦੇ ਉੱਤੇ ਆ ਕੇ, ਕਿਸੇ ਤਰ੍ਹਾਂ ਉਹ ਦੱਬੇ ਰਹਿਣ, ਉਹ ਕੰਟਰੋਲ ਵਿੱਚ ਰਹਿਣ, ਉਹ ਕਾਬੂ ਦੇ ਵਿੱਚ ਰਹਿਣ। ਇਸ ਵਾਸਤੇ ਜ਼ਰੂਰੀ ਹੈ ਕਿ ਕਿਸੇ ਚੰਗੇ ਕੰਮ ਦਾ ਅਭਿਆਸ ਵੀ ਕੀਤਾ ਜਾਏ, ਕਿਸੇ ਚੰਗੇ ਕੰਮ ਦੀ ਪ੍ਰੈਕਟਿਸ ਵੀ ਕੀਤੀ ਜਾਏ। ਤੇ ਸਤਿਗੁਰੂ ਦੀ ਬਾਣੀ ਪੜ੍ਹਨ ਤੋਂ ਚੰਗਾ ਅਭਿਆਸ ਕਿਹੜਾ ਹੋ ਸਕਦਾ? ਸਤ ਸੰਗਤ ਤੋਂ, ਭਲਾ ਪੜ੍ਹਨ ਤੋਂ, ਭਲੇ ਲੋਕਾਂ ਦੀ ਸੋਭਤ ਕਰਨ ਤੋਂ ਵਧੀਆ ਅਭਿਆਸ ਕਿਹੜੀ ਚੀਜ਼ ਦਾ ਹੋ ਸਕਦਾ? ਸੰਗਤ ਕਾ ਗੁਣ ਬਹੁਤ ਅਧਿਕਾਈ, ਪੜ੍ਹ ਸੂਆ ਗਨ ਕੀ ਉਧਾਰੇ। ਹਜ਼ੂਰ ਨੇ ਆਖਿਆ ਸੰਗਤ ਦਾ ਬਹੁਤ ਵੱਡਾ ਅਸਰ ਹੈ ਮਨੁੱਖ ਦੀ ਸੁਰਤ ਉੱਤੇ। ਬਾਅਦ ਸ਼ਰਤ ਇਹ ਹੈ ਵੀ ਸੰਗਤ ਇਕੱਲੀ ਫਿਜ਼ੀਕਲੀ ਨਾ ਹੋਵੇ, ਵੀ ਚਾਰ ਸਰੀਰ ਜੁੜੇ ਨੇ ਤੇ ਪੰਜਵਾਂ ਮੈਂ ਬਹਿ ਗਿਆ, ਛੇਵਾਂ ਮੈਂ ਬਹਿ ਗਿਆ, ਸੱਤਵਾਂ ਮੈਂ, ਇੱਥੋਂ ਹੀ ਤੱਕ ਗੱਲ ਹੀ ਨਾ ਸੀਮਤ ਰਹਿ ਜਾਏ। ਸੰਗਤ ਦਾ ਮਤਲਬ ਹੈ ਗ੍ਰਹਿਣ ਕਰਨਾ, ਅਸੈਪਟ ਕਰਨਾ, ਪ੍ਰਵਾਨ ਕਰਨਾ ਤੇ ਸਮਰਪਣ ਹੋਣਾ। ਸੰਗਤ ਦਾ ਭਾਵ ਹੈ ਪਹਿਲਾਂ ਸਮਰਪਣ ਹੋਣਾ ਤੇ ਫਿਰ ਉਹਦੇ ਵਿੱਚੋਂ ਕੁਝ ਨਾ ਕੁਝ ਗ੍ਰਹਿਣ ਕਰਨਾ। ਤੇ ਉੱਥੇ ਸੁਰਤ ਦੀ ਇਨਵੋਲਵਮੈਂਟ ਜਿਹੜੀ ਹੈ, ਸੁਰਤ ਦੀ ਹਾਜ਼ਰੀ ਬੜੀ ਲਾਜ਼ਮੀ, ਮਨ ਦੀ ਹਾਜ਼ਰੀ। ਮਨ ਦੀ ਹਾਜ਼ਰੀ ਤੋਂ ਬਿਨਾਂ ਤੇ ਅਸੀਂ ਸਤ ਸੰਗਤ ਦੇ ਮੰਥਨ ਚੋਂ ਕੁਝ ਕੱਢ ਵੀ ਨਹੀਂ ਸਕਾਂਗੇ, ਕੁਝ ਗ੍ਰਹਿਣ ਵੀ ਨਹੀਂ ਕਰ ਸਕਾਂਗੇ। ਤੋ ਸਤਿਗੁਰੂ ਮਹਾਰਾਜ ਇਸ ਕਰਕੇ ਬਾਣੀ ਦੇ ਵਿੱਚ ਆਖਦੇ ਨੇ, ਸੰਸਾਰ ਅਗੰਮ ਸਾਗਰ ਤੁਲਹਾ ਹਰ ਨਾਮ ਗੁਰੂ ਮੁਖ ਪਾਏ। ਸੰਸਾਰ ਇੱਕ ਐਸਾ ਸਮੁੰਦਰ ਹੈ ਜਿਹਦੀਆਂ ਲਹਿਰਾਂ ਤੇ ਛੱਲਾਂ ਦੇ ਸਾਹਮਣੇ ਵੱਡੇ ਵੱਡੇ ਹੁਨਰਮੰਦ ਤੇ ਤਾਕਤਵਰ ਬੰਦਿਆਂ ਦੀ ਪੇਸ਼ ਨਹੀਂ ਜਾਂਦੀ। ਕਿਸ ਵੇਲੇ ਹੋ ਕੇ ਸੌਗਣ ਦੇ ਸ਼ਿਕਾਰ ਹੋ ਕੇ ਮਿੱਟੀ ਹੋ ਜਾਣ, ਕੋਈ ਦਾਅਵਾ ਨਹੀਂ ਕੀਤਾ ਜਾ ਸਕਦਾ। ਕਈ ਵਾਰ ਤਾਂ ਬੰਦਾ ਚਿਰਾਂ ਦੇ ਕੀਤੇ ਹੋਏ ਕਾਰਜਾਂ ਕਰਕੇ ਜੋ ਨਾਮਣਾ ਖੱਟਦਾ, ਉਹ ਵੀ ਪਲ ਵਿੱਚ ਤਬਾਹ ਹੋ ਜਾਂਦਾ। ਕੋਈ ਸਾਧੂ ਮਹਾਤਮਾ ਜਾ ਰਿਹਾ ਸੀ ਨਾ, ਤਿਆਗੀ ਸੀ, ਉਹਦੇ ਪਹਿਰਾਵੇ ਤੋਂ ਲੱਗਦਾ ਸੀ ਵੀ ਸਾਧੂ। ਅਸੀਂ ਸਾਧੂਆਂ ਦੀ ਨਿਸ਼ਾਨੀ ਆਮ ਤੌਰ 'ਤੇ ਪਹਿਰਾਵਾ ਹੀ ਰੱਖੀ ਹੈ, ਪਹਿਰਾਵਾ ਤੇ ਸਾਧੂ। ਭਾਵੇਂ ਇਨਸਾਨ ਦਾ ਚਾਲ ਚੱਲਣ ਕਿੰਨਾ ਵੀ ਉੱਚਾ ਹੋਵੇ ਤੇ ਉਹ ਸਾਡੇ ਵਰਗੇ ਸਧਾਰਨ ਕੱਪੜੇ ਪਹਿਨ ਲੈ, ਅਸੀਂ ਕਹਿੰਦੇ ਇਹ ਕਿਹੋ ਜਿਹਾ ਸਾਧੂ ਹੈ, ਇਹਨੂੰ ਕੌਣ ਸਾਧੂ ਆਉਂਦਾ ਹੈ, ਇਹਨੂੰ ਕੌਣ ਧਰਮੀ ਕਹਿ ਸਕਦਾ। ਅਸੀਂ ਲੁੱਕ ਨੂੰ, ਜੋ ਦਿਸ ਰਿਹਾ ਹੈ ਉਹ ਵਿਕ ਰਿਹਾ ਹੈ, ਜੋ ਵਿਖਾਈ ਦਿੰਦਾ ਉਸੇ ਨੂੰ ਮੰਨਦੇ ਹਾਂ। ਬਾਬਾ ਫਰੀਦ ਸਾਹਿਬ ਦੇ ਸਲੋਕ ਆਪਾਂ ਵਿਚਾਰੇ ਸਨ, ਉਹਦੇ ਵਿੱਚ ਜ਼ਿਕਰ ਆਇਆ ਸੀ, ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ, ਗੁਨਾਹੀ ਭਰਿਆ ਮੈਂ ਫਿਰਾਂ ਲੋਕ ਕਹੈ ਦਰਵੇਸ਼। ਵੀ ਅੰਦਰੋਂ ਭਾਵੇਂ ਮੈਂ ਗੁਨਾਹ ਨਾਲ ਭਰਿਆ ਹਾਂ, ਪਰ ਮੇਰੇ ਕਾਲੇ ਸੂਫੀਆਂ ਵਾਲੇ ਕੱਪੜੇ ਵੇਖ ਕੇ ਕਹਿੰਦੇ ਉਹ ਵੇਖੋ ਦਰਵੇਸ਼ ਜਾਂਦਾ। ਇਹ ਗੱਲ ਤੇ ਬੜਾ ਚਿਰ ਪਹਿਲੋਂ ਕਹੀ ਬਾਬਾ ਫਰੀਦ ਸਾਹਿਬ ਨੇ। ਉਹਨਾਂ ਨੇ ਸਾਡੀ ਪ੍ਰੋਬਲਮ ਨੂੰ ਬੜਾ ਚਿਰ ਪਹਿਲਾਂ ਸਮਝ ਲਿਆ ਸੀ, ਕਿਉਂਕਿ ਉਹ ਇਹ ਪ੍ਰੋਬਲਮ ਉਹਨਾਂ ਦੇ ਸਮੇਂ ਵਿੱਚ, ਉਹਨਾਂ ਦੇ ਵਕਤ ਵਿੱਚ। ਤੋ ਖੈਰ ਗਰੀਬ ਨਵਾਜ਼ ਬਾਣੀ ਦੇ ਵਿੱਚ ਲਿਖਦੇ ਹਨ, ਇਹ ਸੰਸਾਰ ਸਾਗਰ ਹੈ ਤੇ ਕਈ ਵਾਰ ਬੰਦਾ ਬਾਹਰੋਂ ਆਪਣੇ ਆਪ ਨੂੰ ਬਦਲ ਲੈਂਦਾ, ਅੰਦਰੋਂ ਉਹਦੀ ਤਬਦੀਲੀ ਨਹੀਂ ਹੁੰਦੀ। ਕਿ ਉਹ ਜਾ ਰਿਹਾ ਸੀ ਬੰਦਾ ਤੇ ਉਹਨੇ, ਕੋਈ ਨੌਜਵਾਨ ਸੀ ਅਜੇ ਇਸ ਰਾਹ ਤੇ ਤੁਰਿਆ, ਤੇ ਇੱਕ ਅੱਧ ਖੜ ਦੀ ਉਮਰ ਦਾ ਬੰਦਾ ਤੁਰਦਾ ਤੁਰਦਾ ਲੱਤਾਂ ਲੜਖੜਾ ਗਈਆਂ ਤੇ ਡਿੱਗ ਪਿਆ। ਆਮ ਤੌਰ ਤੇ ਕੋਈ ਡਿੱਗ ਪਵੇ ਤੇ ਦੂਜੇ ਹਾਸੀ ਪੈਂਦੇ ਨੇ, ਸੁਭਾਵਿਕ ਜੀ ਗੱਲ।
ਖੁਦ ਅਸੀਂ ਸਾਨੂੰ ਪਤਾ ਨਹੀਂ ਹੁੰਦਾ ਵੀ ਅਗਲੇ ਕਦਮ 'ਤੇ ਸਾਡੇ ਨਾਲ ਕੀ ਹੋਣਾ, ਪਰ ਸਾਡੇ ਸੁਭਾਅ 'ਚ ਹੈ ਰੰਝ ਆਉਣ ਦੀ ਬਜਾਏ ਸਾਨੂੰ ਹਾਸਾ ਜ਼ਿਆਦਾ ਆਏਗਾ। ਕਦੇ ਨੋਟ ਕਰਕੇ ਵੇਖਣਾ ਵੀ ਇਹ ਬਿਰਤੀ ਕਿਉਂ ਹੈ ਸਾਡੇ ਅੰਦਰ। ਇਹ ਇਕੱਲਾ ਕਿਸੇ ਦੇ ਡਿੱਗਣ ਕਰਕੇ ਹੀ ਥੋੜ੍ਹਾ, ਫਿਜ਼ੀਕਲੀ ਡਿੱਗਣ ਕਰਕੇ ਇਕੱਲਾ ਥੋੜ੍ਹਾ। ਬੰਦਾ ਵੈਸੇ ਹੀ ਜੀਵਨ ਵਿੱਚ ਕੋਈ ਤੁਰਦਾ ਤੁਰਦਾ ਕਿਸੇ ਔਗਣ ਦਾ ਸ਼ਿਕਾਰ ਹੋ ਜਾਏ ਤੇ ਦੂਜਿਆਂ ਦਾ ਹਾਸਾ ਬਣ ਜਾਂਦਾ। ਕਿਸੇ ਬੰਦੇ ਦਾ ਸਾਰਾ ਕੁਝ ਜਾਂਦਾ ਲੱਗੇ ਤੇ ਦੂਜਿਆਂ ਦਾ ਹਾਸਾ ਬਣ ਜਾਂਦਾ। ਇਹ ਦਵੈਸ਼ ਦੇ ਰੋਗ ਕਰਕੇ ਹੈ। ਦੂਜੇ ਨੂੰ ਦਬਾਉਣਾ ਮਨੁੱਖ ਦੇ ਸੁਭਾਅ ਦਾ ਇੱਕ ਹਿੱਸਾ ਬਣ ਗਿਆ, ਕਿਸੇ ਵੀ ਵਜ੍ਹਾ ਕਰਕੇ ਹੋਵੇ। ਤੂੰ ਸਰੀਰ ਕਰਕੇ ਉਹਦੇ ਪੈਰ ਲੜਖੜਾਏ ਤੇ ਡਿੱਗ ਪਿਆ ਤੇ ਉਹ ਸਾਧੂ ਉੱਚੀ ਉੱਚੀ ਠਹਾਕੇ ਮਾਰ ਕੇ ਹੱਸਣ ਲੱਗਿਆ, ਕਹਿੰਦਾ ਸਿਆਣਾ ਬਿਆਣਾ ਹੈ, ਚੱਜ ਨਾਲ ਤੁਰਿਆ ਨਹੀਂ ਜਾਂਦਾ, ਐਨ ਰਾਹ ਦੇ ਵਿਚਕਾਰ ਆ ਡਿੱਗਾ। ਉਹ ਉੱਠਿਆ, ਉਹਨੇ ਆਪਣੇ ਕੱਪੜੇ ਝਾੜੇ ਤੇ ਬੜੀ ਸਾਦਗੀ ਨਾਲ ਉਹਨੇ ਜਵਾਬ ਦਿੱਤਾ, ਕਹਿਣ ਲੱਗਿਆ ਮਹਾਂਪੁਰਖੋ, ਮੇਰਾ ਪੈਰ ਫਿਸਲ ਗਿਆ, ਤਿਲਕ ਗਿਆ, ਲੱਤਾਂ ਲੜਖੜਾ ਗਈਆਂ, ਸਰੀਰ ਦਾ ਤਵਾਜ਼ਨ ਨਹੀਂ ਰਿਹਾ ਤੇ ਡਿੱਗ ਪਿਆ। ਮਾਮੂਲੀ ਗੱਲ ਹੈ, ਡਿੱਗ ਡਿੱਗ ਕੇ ਹੀ ਤੁਰਨਾ ਸਿੱਖਿਆ ਸੀ ਤੇ ਤੁਰਦਿਆਂ ਕਈ ਵਾਰ ਡਿੱਗ ਵੀ ਪਈਦਾ। ਇਸ ਡਿੱਗਣ ਨੇ ਹੀ ਤੁਰਨਾ ਸਿਖਾਇਆ ਤੇ ਤੁਰਦਿਆਂ ਕਈ ਵਾਰ ਡਿੱਗਣਾ ਸੰਭਵ ਹੁੰਦਾ ਹੈ। ਪਰ ਇੱਕ ਗੱਲ ਮੈਂ ਤੁਹਾਨੂੰ ਕਹਿਣੀ ਚਾਹੁੰਦਾ, ਤੁਸੀਂ ਨਾ ਡਿੱਗ ਪੈਣਾ। ਮੇਰਾ ਯਕੀਨ ਬਹੁਤ ਹੈ ਤੁਹਾਡੇ 'ਤੇ। ਮੇਰਾ ਤਾਂ ਕੁਝ ਨਹੀਂ ਗਿਆ, ਮੈਂ ਤਾਂ ਸਧਾਰਨ, ਮੈਨੂੰ ਕੌਣ ਜਾਣਦਾ। ਤੁਸੀਂ ਡਿੱਗ ਪਏ ਤੇ ਕਈਆਂ ਨੇ ਡਿੱਗ ਪੈਣਾ ਨਾਲ। ਤੁਹਾਡਾ ਤਵਾਜ਼ਨ ਨਹੀਂ ਵਿਗੜਨਾ ਚਾਹੀਦਾ, ਬੰਦੇ ਦੀ ਸੁਰਤ ਦਾ ਬੈਲੈਂਸ ਨਹੀਂ ਵਿਗੜਨਾ ਚਾਹੀਦਾ। ਸਰੀਰ ਦਾ ਕੀ ਹੈ, ਡਿੱਗਿਆ ਤੇ ਉੱਠ ਪਿਆ। ਜਿਸ ਦਿਨ ਸੁਰਤ ਡਿੱਗਦੀ ਹੈ ਨਾ, ਸਾਰਾ ਕੁਝ ਤਹਿਸ਼ ਨਹਿਸ਼ ਹੋ ਜਾਂਦਾ, ਸਾਰਾ ਕੁਝ ਗਵਾਚ ਜਾਂਦਾ। ਉਦੋਂ ਮਨੁੱਖ ਦੇ ਕੋਲ ਰਹਿੰਦਾ ਕੁਝ ਨਹੀਂ। ਪਰ ਉਹਦੀ ਵੀ ਸੰਭਾਵਨਾ ਗੁਰੂ ਸਾਹਮਣੇ, ਐਸਾ ਨਹੀਂ ਵੀ ਐਸੇ ਮਨੁੱਖ ਨੂੰ ਬਾਅਦ 'ਚ ਉਠਾਇਆ ਨਹੀਂ ਜਾ ਸਕਦਾ ਜਾਂ ਉੱਠ ਨਹੀਂ ਸਕਦਾ। ਸੱਜਣ ਡਿੱਗਾ ਹੀ ਸੀ, ਉਠਾ ਲਿਆ ਮਹਾਰਾਜ ਨੇ, ਪਰ ਉਹਦੇ ਵਿੱਚ ਵੀ ਉੱਠਣ ਦੀ ਭਾਵਨਾ ਹੋਣੀ ਚਾਹੀਦੀ। ਇਹ ਨਹੀਂ ਵੀ ਉਹ ਡਿੱਗ ਪਿਆ ਤੇ ਉਸ ਥਾਂ ਨੂੰ ਹੀ ਸਵਰਗ ਮੰਨ ਕੇ ਬਹਿ ਜਾਏ। ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਇਹੀ। ਧਰਮ ਬੜੀ ਵਿਸ਼ਾਲ ਚੀਜ਼ ਹੈ। ਪਤਿਤ ਨੂੰ ਪਾਵਨ ਕਰਨਾ, ਡਿੱਗੇ ਹੋਏ ਨੂੰ ਉਠਾਉਣਾ, ਦੁਰਕਾਰੇ ਹੋਏ ਨੂੰ ਸੰਭਾਲਣਾ, ਇਹੀ ਤਾਂ ਧਰਮ ਦਾ ਸੁਭਾਅ ਹੈ। ਕੌੜਾ ਬੋਲ ਨਾ ਜਾਣੈ, ਪੂਰਨ ਭਗਵਾਨੈ, ਔਗਣ ਕੋ ਨਾ ਚਿਤਾਰੈ। ਪਰ ਪ੍ਰਸ਼ਨ ਇਹ ਹੈ ਵੀ ਗੁਰੂ ਤਾਂ ਸਾਡੇ ਕੱਪੜੇ ਝਾੜ ਦੇਗਾ ਕਿ ਅਸੀਂ ਇਸ ਗੰਦਗੀ ਨੂੰ ਗੰਦਗੀ ਮੰਨਿਆ ਕਿ ਨਹੀਂ। ਜੇ ਅਸੀਂ ਇਹ ਮੰਨਦੇ ਹਾਂ ਵੀ ਨਹੀਂ, ਜਿਹੜੀ ਸਾਡੇ ਤਨ ਤੇ ਸਾਡੇ ਜੀਵਨ ਤੇ ਗੰਦਗੀ ਹੈ ਇਹ ਤਾਂ ਚੰਗੀ ਹੈ, ਫਿਰ ਗੁਰੂ ਵੀ ਜ਼ਬਰਦਸਤੀ ਥੋੜ੍ਹਾ ਝਾੜੇਗਾ। ਜੇ ਅਸੀਂ ਗੰਦਗੀ ਵਿੱਚ ਰਹਿਣ ਨੂੰ ਆਪਣੀ ਕਿਸਮਤ ਤੇ ਭਾਗ ਮੰਨ ਲਿਆ ਤੇ ਗੁਰੂ ਜ਼ਬਰਦਸਤੀ ਨਹੀਂ ਕਰੇਗਾ। ਉਹ ਕਹੇਗਾ ਠੀਕ ਹੈ, ਜੇ ਤੂੰ ਸੈਟਿਸਫਾਈ ਹੈ ਤੇ ਤੇਰੀ ਰਜ਼ਾ, ਤੇਰੀ ਮਰਜ਼ੀ। ਜੇ ਤੂੰ ਉੱਠਣਾ ਚਾਹੇ ਤਾਂ ਮੈਂ ਤੇਰੀ ਬਾਂਹ ਫੜ ਸਕਦਾ। ਜੇ ਤੂੰ ਆਪਣੇ ਆਪ ਨੂੰ ਸੰਭਾਲਣਾ ਚਾਹੇ ਤੇ ਮੈਂ ਤੇਰੇ ਵਾਸਤੇ ਹਰ ਵੇਲੇ ਹਾਜ਼ਰ ਹਾਂ। ਇਸ ਲਈ ਗੁਰੂ ਉਪਦੇਸ਼ ਦਿੰਦੇ ਨਾ ਬਾਣੀ ਦੇ ਵਿੱਚ ਬਾਰ-ਬਾਰ ਵੀ ਸਾਨੂੰ ਰੀਅਲਾਈਜ਼ ਹੋਏ, ਸਾਨੂੰ ਅਹਿਸਾਸ ਹੋਏ ਵੀ ਅਸੀਂ ਕਿੱਥੇ ਖੜ੍ਹੇ ਹਾਂ। ਉਹ ਬਹੁਤ ਜ਼ਰੂਰੀ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜਿਸ ਵੇਲੇ ਕਹਿੰਦੇ ਨੇ ਕੈਸੇ ਮਨ ਤਰੇਂਗਾ ਰੇ ਸੰਸਾਰ ਸਾਗਰ ਵਿਖੈ ਕੋ ਬਨਾ। ਵਿਖ ਦਾ ਮਤਲਬ ਹੁੰਦਾ ਹੈ ਵਿਕਾਰ। ਜਿਹੜੇ ਸੁਰਤ ਤੇ ਮਨ ਨੂੰ ਰੋਗ ਲੱਗਦੇ ਨੇ ਇਹਨੂੰ ਵਿਕਾਰ ਕਿਹਾ ਜਾਂਦਾ। ਜਿੱਥੇ ਸਟੇਬਲ ਨਹੀਂ ਹੈ ਸਾਡੀ ਸੁਰਤ, ਸਾਡਾ ਮਨ, ਜਦੋਂ ਵੀ ਉਹਦਾ ਬੈਲੈਂਸ ਵਿਗੜਿਆ ਸਮਝੋ ਰੋਗੀ ਹੋ ਗਿਆ। ਝੂਠੀ ਮਾਇਆ ਦੇਖ ਕੈ ਭੂਲਾ ਰੇ ਮਨਾ। ਝੂਠੀ ਦਾ ਭਾਵ ਹੈ ਨਾਸ਼ਵੰਤ, ਛਲ ਰੂਪ। ਜੋ ਦਿਸ ਰਿਹਾ ਹੈ ਉਹ ਹੈ ਨਹੀਂ, ਇਹਨੂੰ ਝੂਠ ਕਿਹਾ ਜਾਂਦਾ ਹੈ। ਹੁਣ ਜਿਵੇਂ ਕੋਈ ਗੱਲ ਹੋਰ ਹੋਵੇ ਤੇ ਆਪਾਂ ਕਿਸੇ ਨੂੰ ਕਹੀਏ ਤੇ ਉਹ ਅਗਲਾ ਕਹਿੰਦਾ ਨਾ ਕਿਉਂ ਝੂਠ ਬੋਲਦੇ ਹੋ। ਇਹਦਾ ਮਤਲਬ ਹੈ ਜੋ ਸਹੀ ਸੀ ਉਹ ਦੱਸਿਆ ਨਹੀਂ, ਜੋ ਦੱਸਿਆ ਉਹ ਸਹੀ ਹੈ ਨਹੀਂ। ਉਹਨੂੰ ਆਪਾਂ ਛਲ ਰੂਪ, ਕਪਟ ਰੂਪ, ਵਿਖਾਵਾ ਰੂਪ ਕਹਿੰਦੇ ਹਾਂ। ਝੂਠੀ ਮਾਇਆ, ਮਾਇਆ ਦਾ ਮਤਲਬ ਹੈ ਜਿਸ ਚੀਜ਼ ਨੂੰ ਥਿਰ ਕਰਕੇ ਸਮਝ ਲਿਆ ਹੈ ਉਹ ਥਿਰ ਹੈ ਨਹੀਂ। ਜਿਸ ਵਿੱਚੋਂ ਹੀ ਜੀਵਨ ਦੇ ਸਾਰੇ ਸੁੱਖ ਤੇ ਆਨੰਦ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ, ਉਹਦੇ ਕੋਲ ਉਹ ਚੀਜ਼ ਹੈ ਨਹੀਂ। ਭਰਮ ਵਿੱਚ ਜੀਣਾ, ਇਹ ਮਾਇਆ ਨੂੰ ਝੂਠ ਮੰਨਣਾ। ਵੈਸੇ ਮਾਇਆ ਦੀ ਡੈਫੀਨੇਸ਼ਨ ਗੁਰਬਾਣੀ ਦੇ ਵਿੱਚ ਕੰਟੈਕਸਟ ਦੇ ਮੁਤਾਬਕ ਬਦਲ ਜਾਂਦੀ ਹੈ। ਮਾਇਆ ਕਿਤੇ ਮਾਂ ਨੂੰ ਵੀ ਕਿਹਾ ਗਿਆ ਹੈ,
ਮਾਂ ਦੇ ਰੂਪ ਵਿੱਚ ਮਾਇਆ। ਮਾਇਆ ਧਨ ਸੰਪਦਾ, ਜ਼ਮੀਨ ਜਾਇਦਾਦ, ਬੈਂਕ ਬੈਲੈਂਸ ਨੂੰ ਵੀ ਕਿਹਾ ਗਿਆ। ਮਾਇਆ ਪ੍ਰਕਿਰਤੀ ਕੁਦਰਤ ਨੂੰ ਵੀ ਕਿਹਾ ਗਿਆ ਹੈ। ਬੜੇ ਅਰਥ ਨੇ ਮਾਇਆ ਦੇ, ਪਰ ਇਸ ਦੀ ਜੋ ਸੌਖੀ ਪਰਿਭਾਸ਼ਾ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਦਿੱਤੀ ਹੈ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇ। ਕੋਈ ਚੀਜ਼ ਜਦੋਂ ਤੁਹਾਡੀ ਜ਼ਿੰਦਗੀ ਦੇ ਵਿੱਚ ਖਲਲ, ਡਿਸਟਰਬੈਂਸ ਪੈਦਾ ਕਰਦਾ ਹੈ ਤਾਂ ਉਹ ਮਾਇਆ ਹੋ ਗਈ। ਵੈਸੇ ਤਾਂ ਉਹਦੇ ਤੇ ਕੋਈ ਲੇਬਲ ਥੋੜ੍ਹੀ ਲੱਗਾ ਵੀ ਇਹ ਮਾਇਆ। ਅਸੀਂ ਆਮ ਤੌਰ 'ਤੇ ਕਰੰਸੀ ਨੂੰ ਹੀ ਮਾਇਆ ਕਹਿੰਦੇ ਹਾਂ, ਪਰ ਗੁਰੂ ਸਾਹਿਬ ਨੇ ਤਾਂ ਰਿਸ਼ਤੇਦਾਰਾਂ ਨੂੰ ਵੀ ਮਾਇਆ ਲਿਖਿਆ ਹੈ, ਪਦਵੀ ਨੂੰ ਵੀ ਮਾਇਆ ਲਿਖਿਆ ਹੈ, ਕੱਪੜੇ ਨੂੰ ਵੀ ਮਾਇਆ ਲਿਖਿਆ ਹੈ, ਧਨ ਦੌਲਤ ਨੂੰ, ਸੋਨੇ ਚਾਂਦੀ ਹੀਰੇ 'ਚ ਕਿਹੜੀ ਚੀਜ਼ ਨੂੰ ਮਾਇਆ ਨਹੀਂ ਕਿਹਾ ਗੁਰਬਾਣੀ ਨੇ? ਹਰ ਇੱਕ ਨੂੰ ਮਾਇਆ ਦਾ ਰੂਪ ਕਿਹਾ। ਇਹ ਮਾਇਆ ਜਿਤ ਹਰ ਵਿਸਰੈ। ਜਿਹੜੀ ਵੀ ਚੀਜ਼ ਕਰਕੇ ਆਪਣੇ ਸਿਰਜਣਹਾਰ ਨਾਲੋਂ ਸੁਰਤ ਦੀ ਸਾਂਝ ਟੁੱਟ ਜਾਏ, ਉਹ ਚੀਜ਼ ਸਮਝੋ ਤੁਹਾਡੇ ਲਈ ਮਾਇਆ ਹੈ। ਜਿਵੇਂ ਡਾਇਬਟੀਜ਼ ਦੇ, ਸ਼ੂਗਰ ਦੇ ਮਰੀਜ਼ ਲਈ ਖੰਡ ਅੰਮ੍ਰਿਤ ਹੈ ਕਿ ਜ਼ਹਿਰ ਹੈ? ਜ਼ਹਿਰ ਹੈ ਨਾ। ਸਾਰਿਆਂ ਲਈ ਮਿੱਠੀ ਹੈ ਪਰ ਉਹਦੇ ਲਈ ਕੌੜੀ ਹੈ। ਹੁਣ ਆਪਾਂ ਸਾਰੇ ਉਹਨੂੰ ਜ਼ੋਰ ਲਾਈਏ ਇਹ ਤਾਂ ਮਿੱਠੀ ਹੈ, ਇਹ ਕੀ ਵਿਗਾੜਨ ਲੱਗੀ ਹੈ? ਪਰ ਉਹਨੂੰ ਪਤਾ ਹੈ ਵੀ ਮੇਰਾ ਸਰੀਰ ਅਲਾਰਮ ਦਿੰਦਾ ਵੀ ਨਹੀਂ, ਇਹ ਚੀਜ਼ ਮੇਰੇ ਲਈ ਜ਼ਹਿਰ ਸਾਬਤ ਹੋਏਗੀ। ਇਹਦਾ ਮਤਲਬ ਹੈ ਉਹਨੂੰ ਉਹ ਬਿਮਾਰੀ, ਰੋਗ ਪੈਦਾ ਕਰਦੀ ਹੈ ਉਹਦੇ ਅੰਦਰ, ਉਹਦੇ ਸਰੀਰ ਨੂੰ ਕਮਜ਼ੋਰ ਕਰਦੀ ਹੈ ਉਹ ਚੀਜ਼, ਤੇ ਉਹਦੇ ਵਾਸਤੇ ਉਹ ਜ਼ਹਿਰ ਹੈ, ਉਹਦੇ ਵਾਸਤੇ ਉਹ ਅੰਮ੍ਰਿਤ ਨਹੀਂ ਹੈ, ਨਾ ਹੀ ਮਿੱਠਾ ਹੈ। ਤਾਂ ਹੋ ਸਕਦਾ ਕਿਸੇ ਲਈ ਕੋਈ ਚੀਜ਼ ਮਾਇਆ ਰੂਪ ਹੋਏ, ਕਿਸੇ ਲਈ ਕੋਈ ਚੀਜ਼ ਮਾਇਆ ਰੂਪ ਹੋਏ। ਤਾਂ ਸਤਿਗੁਰੂ ਮਹਾਰਾਜ ਨੇ ਬਾਣੀ ਦੇ ਅੰਦਰ ਇਹਦੇ ਵੱਖਰੇ ਵੱਖਰੇ ਰੂਪ ਬਿਆਨੇ। ਭਗਤ ਕਬੀਰ ਸਾਹਿਬ ਨੇ ਤਾਂ ਬੜੇ ਸਾਦੇ ਸ਼ਬਦਾਂ ਵਿੱਚ ਕਿਹਾ, ਕਬੀਰ ਆਈ ਮੁਝੈ ਪੈ, ਅਨਕ ਕਰੀ ਕਰ ਭੇਸ। ਅਨੇਕ ਰੂਪ ਧਾਰ ਕੇ, ਅਨੇਕਾਂ ਰੂਪਾਂ ਦੇ ਵਿੱਚ ਇਸ ਨੇ ਮੇਰੇ ਰਸਤੇ ਦੀ ਰੁਕਾਵਟ ਬਣਨ ਦਾ ਯਤਨ ਕੀਤਾ। ਹਮ ਰਾਖੇ ਗੁਰ ਆਪਣੇ, ਪਰ ਮੈਨੂੰ ਮੇਰੇ ਗੁਰੂ ਨੇ ਬਚਾ ਲਿਆ। ਮੈਂ ਅੱਗੇ ਵੀ ਇੱਕ ਦਿਨ ਉਦਾਹਰਣ ਸਾਂਝੀ ਕੀਤੀ, ਭਰਥਰੀ ਹਰੀ, ਉਹਦਾ ਵੈਰਾਗ ਸ਼ਤਕ ਗ੍ਰੰਥ ਹੈ, ਉਹਦੇ ਬਾਰੇ ਕਥਾ ਪ੍ਰਚਲਿਤ। ਛੋਟਾ ਜਿਹਾ ਰਜਵਾੜਾ ਸੀ ਇੱਕ ਜਗ੍ਹਾ ਦਾ ਰਾਜਾ, ਜੋਗੀਆਂ ਨੇ ਬੜੇ ਰਾਜਿਆਂ ਨੂੰ ਹੱਥੜ ਕੀਤਾ, ਭਿਖਾਰੀ ਬਣਾ ਕੇ ਤੋਰ ਦਿੱਤੇ, ਕੰਨਾਂ 'ਚ ਮੁੰਦਰਾਂ ਪਾ ਕੇ। ਚਾਹੀਦਾ ਇਹ ਸੀ ਵੀ ਉਹਨਾਂ ਨੂੰ ਇਹ ਮੱਤ ਦਿੱਤੀ ਜਾਂਦੀ ਵੀ ਆਪਣਾ ਰਾਜ ਕਾਜ ਨਿਆਂ ਵਾਲਾ ਕਰੋ। ਫਰਕ ਕੀ ਪਿਆ? ਉਹਨਾਂ ਦੇ ਕੰਨਾਂ 'ਚ ਮੁੰਦਰਾਂ ਪਾਈਆਂ, ਮਗਰੋਂ ਤਖਤ ਕਿਸੇ ਨੇ ਸਾਂਭਿਆ। ਉਹ ਵਿਚਾਰੇ ਦਰ ਦਰ ਭੀਖ ਮੰਗਦੇ, ਰੱਬ ਲੱਭਦੇ ਰਹੇ। ਗੁਰੂ ਸਾਹਿਬ ਨੇ ਤਾਂ ਹੀ ਕਿਹਾ ਸੀ ਨਾ, ਨਾਨਕ ਘਰ ਹੀ ਬੈਠਿਆਂ ਜੋਗ ਪਾਈਐ, ਸਤਿਗੁਰ ਕੈ ਉਪਦੇਸ਼। ਸਤਿਗੁਰੂ ਦਾ ਰਾਹ ਬੜਾ ਕਮਾਲ ਦਾ ਰਾਹ ਹੈ। ਭਰਥਰੀ ਹਰੀ ਜਾ ਰਿਹਾ ਹੈ, ਜੋਗ ਵਾਲਾ ਬਾਣਾ ਹੈ, ਕੰਨਾਂ 'ਚ ਮੁੰਦਰਾਂ ਨੇ, ਪੈਰਾਂ 'ਚ ਖੜਾਵਾਂ ਨੇ, ਹੱਥ 'ਚ ਡੰਡਾ ਤੇ ਕਮੰਡਲ ਹੈ, ਮੋਢੇ ਤੇ ਝੋਲੀ ਹੈ, ਐਨ ਪੂਰਾ ਬਣਿਆ ਠਣਿਆ ਜੋਗੀ ਬਣ ਕੇ। ਕਿਸੇ ਨੇ ਪਾਨ ਖਾ ਕੇ ਥੁੱਕਿਆ ਪੱਤੇ ਦੇ ਉੱਤੇ, ਹਰੇ ਪੱਤੇ ਦੇ ਉੱਤੇ, ਤੋਂ ਲਿਸ਼ਕ ਰਿਹਾ ਤੇ ਉਹ ਝੌਲਾ ਪਿਆ ਵੀ ਜਿਵੇਂ ਹੀਰਾ ਪਿਆ, ਚਮਕਦਾ, ਕੋਈ ਚੀਜ਼ ਚਮਕਦੀ ਹੈ, ਇਵੇਂ ਲੱਗਿਆ ਵੀ ਕੋਈ ਚੀਜ਼ ਕੀਮਤੀ ਪਈ। ਹੱਥ ਮਾਰਿਆ ਤੇ ਹੱਥ ਗੰਦਾ ਹੋਣਾ ਹੀ ਸੀ। ਨਾਲੇ ਹੱਥ ਸਾਫ਼ ਕਰਦਾ ਹੈ ਤੇ ਨਾਲੇ ਆਪਣੇ ਆਪ ਨੂੰ ਕੋਸਦਾ ਹੈ ਵੀ ਜੇ ਇਸ ਤਰ੍ਹਾਂ ਹੀ ਕਰਨਾ ਸੀ ਤੇ ਘਰ ਛੱਡਣ ਦੀ ਲੋੜ ਕੀ ਸੀ? ਅੰਦਰੋਂ ਤੇ ਗੱਲ ਨਹੀਂ ਨਾ ਗਈ, ਅੰਦਰ ਤੇ ਉਹੀ ਚੀਜ਼ ਹੈ ਨਾ, ਕਿਉਂਕਿ ਸੁਰਤ ਦੀ ਬਣਤਰ ਜਿਹੋ ਜਿਹੀ ਬਣ ਗਈ, ਸੁਰਤ ਦੀ ਜਿਹੜੀ ਬਣਾਵਟ ਹੈ, ਬਾਹਰੋਂ ਤੂੰ ਭਾਵੇਂ ਬੜਾ ਕੁਝ ਛੱਡ ਦਿੱਤਾ ਹੈ ਪਰ ਸੁਰਤ ਕਰਕੇ ਕੁਝ ਨਹੀਂ ਛੁੱਟਿਆ। ਸੁਰਤ ਦੀ ਪਕੜ ਬੜੀ ਮਜ਼ਬੂਤ ਹੈ, ਕਿਉਂਕਿ ਉਹਦੇ ਪਿੱਛੇ ਸਾਡਾ ਸਾਲਾਂ ਤੇ ਦਹਾਕਿਆਂ ਦਾ 24 ਘੰਟੇ ਅਭਿਆਸ ਹੁੰਦਾ ਹੈ। ਸਰੀਰ ਦਾ ਅਭਿਆਸ ਕੋਈ ਵੀ ਹੋਵੇ ਨਾ, ਉਹ ਕੁਝ ਸਮੇਂ ਤੋਂ ਵੱਧ ਨਹੀਂ ਹੁੰਦਾ, ਉਹਦੀ ਇੱਕ ਲਿਮਟ ਹੁੰਦੀ ਹੈ, ਪਰ ਸੁਰਤ ਦਾ ਅਭਿਆਸ ਹਰ ਵੇਲੇ ਦਾ ਹੁੰਦਾ ਹੈ। ਇਸ ਕਰਕੇ ਸੁਰਤ ਦੀ ਪਕੜ ਵੀ ਬੜੀ ਮਜ਼ਬੂਤ ਹੁੰਦੀ ਹੈ। ਜੇ ਸੱਚ ਤੇ ਪਕੜ ਬਣ ਜਾਏ ਤੇ ਇਹਨੂੰ ਚਰਖੜੀ, ਇਹਨੂੰ ਉਬਲਦੀ ਦੇਗ ਵੀ, ਇਹਨੂੰ ਕੋਈ ਚਾਂਦਨੀ ਚੌਂਕ ਵੀ ਤੋੜ ਨਹੀਂ ਸਕਦਾ। ਤੇ ਜੇ ਕੁਰਾਏ ਪੈ ਜਾਏ ਤੇ ਚੋਰ ਵੀ ਆਪਣੇ ਹੱਕ 'ਚ ਦਲੀਲਾਂ ਦਿੰਦੇ ਸੂਲੀ ਚੜ੍ਹ ਜਾਂਦੇ ਨੇ। ਸੰਸਾਰ ਨੇ ਇਹ ਵੀ ਵੇਖਿਆ। ਇਸ ਵਾਸਤੇ ਗਰੀਬ ਨਵਾਜ਼ ਪਾਤਸ਼ਾਹ ਕਹਿੰਦੇ ਨੇ, ਝੂਠੀ ਮਾਇਆ ਦੇਖ ਕੇ ਭੁੱਲਾ ਰੇ ਮਨਾ, ਹੇ ਮੇਰੇ ਮਨ ਤੋਂ ਭੁੱਲਿਆ ਹੋਇਆ ਹੈ, ਭਟਕਿਆ ਹੋਇਆ ਹੈ।
ਫਿਰ ਆਰੰਭ ਦੇ ਵਾਕ ਵਿੱਚ ਫਰਮਾਇਆ, ਪਾਰ ਬ੍ਰਹਮ ਜੇ ਚੀਨਸੀ। ਚੀਨਸੀ ਦਾ ਮਤਲਬ ਹੈ ਪਛਾਣ ਲੈ, ਜਾਣ ਲੈ, ਅਨੁਭਵ ਕਰ ਲੈ। ਅਨੁਭਵ ਸ਼ਬਦ ਦੇ ਅਰਥ ਜਿਹੜੇ ਨੇ ਉਹ ਕੋਸ਼ਕਾਰਾਂ ਨੇ ਡਿਕਸ਼ਨਰੀ ਵਿੱਚ ਕੀਤੇ ਨੇ, ਬਿਨਾਂ ਕਿਸੇ ਸੰਸਕਾਰ ਤੋਂ ਉਤਪੰਨ ਹੋਇਆ ਗਿਆਨ। ਇੱਕ ਗਿਆਨ ਹੁੰਦਾ ਜਿਹੜਾ ਸੰਸਕਾਰ ਕਰਕੇ ਪੈਦਾ ਹੁੰਦਾ, ਕੋਈ ਰਸਮ, ਕੋਈ ਕੰਮ ਕਰਕੇ ਪੈਦਾ ਹੁੰਦਾ। ਇੱਕ ਉਹ ਗਿਆਨ ਹੈ ਜਿਹੜਾ ਤੁਹਾਡੇ ਅੰਦਰ ਸੁਤੇ ਸਿੱਧ ਪੈਦਾ ਹੁੰਦਾ। ਸ਼ਬਦ ਨੂੰ, ਗੁਰੂ ਦੇ ਉਪਦੇਸ਼ ਨੂੰ ਮੰਨਣਾ, ਕਮਾਉਣਾ, ਜੀਣਾ, ਹੰਡਾਉਣਾ ਜਿਹੜਾ ਇਸ ਅਭਿਆਸ ਵਿੱਚ ਪੈਂਦਾ ਹੈ, ਸੁਤੇ ਸਿੱਧ ਸਤਿਗੁਰੂ ਦੀ ਬਾਣੀ ਦੀ ਬਰਕਤ ਨਾਲ ਉਹਦੀ ਸੁਰਤ ਚਮਕ ਉੱਠਦੀ। ਉਹਦੀ ਸੁਰਤ ਵਿੱਚ ਜਿਹੜਾ ਪਵਿੱਤਰ ਖਿਆਲ ਪੈਦਾ ਹੋਏਗਾ ਉਹ ਸਰਬੱਤ ਦੇ ਭਲੇ ਦਾ ਹੀ ਹੋਏਗਾ, ਮਨੁੱਖਤਾ ਦੇ ਭਲੇ ਦਾ ਹੀ ਹੋਏ, ਕਿਉਂਕਿ ਗੁਰਬਾਣੀ ਦੀ ਬਣਤਰ ਐਸੀ ਹੈ। ਇਹਨੂੰ ਥੌਟ ਪ੍ਰੋਸੈਸ ਕਿਹਾ ਜਾਂਦਾ। ਸੁਣਨਾ, ਪੜ੍ਹਨਾ, ਗਾਉਣਾ, ਕਥਣਾ ਇਹ ਤਾਂ ਬਾਹਰ ਦਾ ਇੱਕ ਸਾਧਨ ਹੈ, ਟੂਲ ਹੈ ਵੀ ਇਹਦੋਂ ਅੱਗੇ ਤੁਰਨਾ ਹੈ। ਅੱਗੇ ਕੀ ਹੈ? ਵਸਾਉਣਾ ਮਨ 'ਚ। ਫਿਰ ਉਹਦੀ ਪ੍ਰੈਕਟਿਸ ਰੈਗੂਲਰ ਹੋਣੀ। ਇਹ ਨਹੀਂ ਵੀ 2-4 ਘੜੀਆਂ, ਉਹਦੀ ਰੈਗੂਲਰ ਪ੍ਰੈਕਟਿਸ ਹੋਣੀ। ਊਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਭ। ਜਿਵੇਂ ਅਸੀਂ ਵਕਾਰ ਦੀ ਪ੍ਰੈਕਟਿਸ ਕਰਦੇ, ਜਿਵੇਂ ਕ੍ਰੋਧ ਦੀ ਪ੍ਰੈਕਟਿਸ ਹੋਈ ਹੈ, ਜਿਵੇਂ ਲੋਭ ਦੀ ਹੋਈ ਹੈ, ਜਿਵੇਂ ਈਰਖਾ ਦੀ ਹੋਈ ਹੈ, ਉਹਦੇ ਲਈ ਅਸੀਂ ਕੋਈ ਖਾਸ ਯਤਨ ਥੋੜ੍ਹੀ ਕੀਤਾ ਸੀ, ਸੁਤੇ ਸਿੱਧ ਹੋ ਗਏ। ਹੁਣ ਪ੍ਰੈਕਟਿਸ ਹੀ ਇੰਨੀ ਹੋ ਗਈ ਕਿ ਉਹ ਕਰਨੀ ਥੋੜ੍ਹਾ ਪੈਂਦੀ, ਆਪਣੇ ਆਪ ਹੋ ਜਾਂਦੀ ਹੈ। ਈਰਖਾ, ਦਵੈਸ਼, ਨਫ਼ਰਤ, ਕ੍ਰੋਧ, ਇਹ ਸਾਰਾ ਕੁਝ ਆਟੋਮੈਟਿਕਲੀ ਚੱਲ ਰਿਹਾ ਨਾ, ਇਹਦਾ ਸਰਕਲ। ਉਹਨੂੰ ਸਤਿਗੁਰੂ ਨੇ ਫਿਰ ਸਹਿਜ ਆਖਿਆ, ਜਿੱਥੇ ਸੁਤੇ ਸਿੱਧ ਹੀ ਤੁਹਾਡੇ ਜੀਵਨ ਦੇ ਵਿੱਚੋਂ ਪਰਉਪਕਾਰ, ਸੇਵਾ, ਪਰਮੇਸ਼ਰ ਦੀ ਯਾਦ ਦਾ ਝਲਕਾਰਾ, ਸਭਨਾਂ ਨੂੰ, ਸਰਬੱਤ ਨੂੰ ਰੱਬ ਦੀ ਅੰਸ਼ ਸਮਝਣਾ, ਆਪਣੇ ਅੰਦਰੋਂ ਮੰਦੇ ਖਿਆਲਾਂ ਤੋਂ ਹਟ ਕੇ ਤੁਰਨਾ, ਉਹ ਸੁਤੇ ਸਿੱਧ ਹੀ ਅਭਿਆਸ ਹੋ ਗਿਆ। ਉਹਨੂੰ ਸਹਿਜ ਕਿਹਾ। ਆਤਮਿਕ ਬਣਤਰ ਹੀ ਇਹੋ ਜਿਹੀ, ਸਾਡਾ ਅੰਦਰ ਦਾ ਢਾਂਚਾ ਹੀ ਇਹੋ ਜਿਹਾ ਕ੍ਰੀਏਟ ਹੋ। ਤੋ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ, ਪਾਰ ਬ੍ਰਹਮ ਜੇ ਚੀਨ ਸੀ, ਆਸਾ ਤੇ ਨਾ ਭਾਵ ਸੀ। ਝੂਠੀਆਂ ਮਾੜੀਆਂ ਖੁਆਇਸ਼ਾਂ ਉਹਦੇ ਅੰਦਰ ਉਹ ਨਹੀਂ ਉਪਜਦੀਆਂ। ਭਾਵ ਸੀ ਦਾ ਮਤਲਬ ਹੈ ਉਹਦੇ ਮਨ ਨੂੰ ਮੰਦੀਆਂ ਖੁਆਇਸ਼ਾਂ ਪੋ ਨਹੀਂ ਸਕਦੀਆਂ, ਯਾਨੀ ਕਿ ਭੈੜਾ ਸੰਕਲਪ ਫੁਰਨਾ ਵੀ ਉਹਦੇ ਅੰਦਰ ਨਹੀਂ ਪੈਦਾ ਹੋਣਾ। ਉਸਨੇ ਉਸ ਚੀਜ਼ ਦਾ ਮੂਡ ਮੁੱਢ ਹੀ ਖਤਮ ਕਰ ਦਿੱਤਾ। ਉਹਦੇ ਅੰਦਰ ਉਹ ਮੰਦੀ ਵਾਸ਼ਨਾ ਉਪਜੀ ਹੀ ਨਹੀਂ, ਕਿਉਂਕਿ ਉਹਦੀ ਪ੍ਰੋਡਕਸ਼ਨ ਹੀ ਬੰਦ ਹੋ ਗਈ। ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਕਹਿੰਦੇ ਨੇ, ਰਾਮਾਂ ਭਗਤਾਂ ਚੇਤੀ ਅਲੇ। ਸਰਵ ਵਿਆਪਕ ਰਾਮ ਪਰਮੇਸ਼ਰ ਨੂੰ ਉਹਦੇ ਪਿਆਰੇ ਭਗਤਾਂ ਨੇ ਚਿਤਾਰਿਆ। ਚੇਤੀ ਅਲੇ ਦਾ ਮਤਲਬ ਹੈ ਚਿੰਤਨ ਕੀਤਾ, ਚੇਤੇ ਵਿੱਚ ਲਿਆਂਦਾ, ਆਪਣੀ ਸੁਰਤ ਵਿੱਚ ਵਸਾਇਆ। ਤੇ ਕੀ ਹੋਇਆ? ਅਚਿੰਤ ਮਨ ਰਾਖਸੀ। ਰਾਮ ਦੇ ਪਰਮੇਸ਼ਰ ਦੇ ਚੇਤੇ ਨੇ ਉਹਨਾਂ ਨੇ ਮਨ ਨੂੰ ਚਿੰਤਾ ਤੋਂ ਰਹਿਤ ਕਰ ਦਿੱਤਾ। ਅਚਿੰਤ ਦਾ ਮਤਲਬ ਹੁੰਦਾ ਚਿੰਤਾ ਤੋਂ ਰਹਿਤ। ਅਚਿੰਤ ਦਾ ਮਤਲਬ ਸੁਤੇ ਸਿੱਧ ਵੀ ਹੈ, ਆਟੋਮੈਟਿਕਲੀ ਕੋਈ ਕੰਮ ਹੋ ਜਾਣਾ। ਜਿਹੜਾ ਤੁਹਾਡੇ ਖਿਆਲ 'ਚ ਨਹੀਂ ਉਹ ਹੋ ਗਿਆ, ਉਹਨੂੰ ਇਹ ਅਚਿੰਤ ਕਹਿੰਦੇ। ਅਚਿੰਤ ਕੰਮ ਕਰੇ ਪ੍ਰਭ ਤਿਨਕੇ ਜਿਨ ਹਰਿ ਕਾ ਨਾਮ ਪਿਆਰਾ। ਉੱਥੇ ਅਚਿੰਤ ਸ਼ਬਦ ਦਾ ਮਤਲਬ ਹੈ ਤੁਹਾਡੇ ਚੇਤੇ 'ਚ ਨਹੀਂ ਪਰ ਹੋ ਰਿਹਾ, ਤੁਸੀਂ ਮਿਥਿਆ ਨਹੀਂ ਪਰ ਚੱਲ ਰਿਹਾ। ਤੇ ਇੱਥੇ ਜਿਹੜੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਅਚਿੰਤ ਦਾ ਭਾਵ ਹੈ ਚਿੰਤਾ ਤੋਂ ਰਹਿਤ। ਚਿੰਤਾ ਕੀ ਹੈ? ਮਨ ਦਾ ਇੱਕ ਰੋਗ, ਬਿਮਾਰੀ, ਇੱਕ ਡਿਜ਼ੀਜ਼। ਇਹਦੇ 2 ਭੇਦ ਦੱਸੇ ਨੇ ਵਿਦਵਾਨਾਂ ਨੇ। ਸਮਝਣ ਵਾਲੀ ਗੱਲ ਹੈ, ਕਿਉਂਕਿ ਅੱਜ ਸਭ ਤੋਂ ਵੱਧ ਪ੍ਰੋਬਲਮ ਸਾਡੇ 'ਚ ਹੀ ਹੈ। ਇਹ ਡਿਪਰੈਸ਼ਨ ਦਾ ਰੂਪ ਧਾਰਦੀ ਹੈ। ਇਹ ਡਿਪਰੈਸ਼ਨ, ਇਹ ਬਿਮਾਰੀ ਜਿੰਨੇ ਸਾਧਨ ਆਏ ਨਾ, ਤੁਸੀਂ ਵੇਖੋ ਇਹ ਬਿਮਾਰੀ ਘਟੀ ਨਹੀਂ ਹੈ ਸਾਧਨ ਆਉਣ ਦੇ ਨਾਲ, ਵਧੀ ਹੈ। ਇਸ ਕਰਕੇ ਇਹਦੇ ਲਈ ਵੱਖਰੇ ਸੈਂਟਰ ਖੋਲ੍ਹਣੇ ਪਏ। ਮਨੋ ਰੋਗ ਦੇ ਵਿਸ਼ੇਸ਼ੱਗ, ਐਕਸਪਰਟ ਬੰਦੇ ਜਿਹੜੇ ਹਨ, ਉਹ ਬੈਠੇ ਕਾਉਂਸਲਿੰਗ ਹੀ ਦੇ ਰਹੇ, ਕਿਉਂਕਿ ਬੰਦਾ ਬਿਮਾਰ ਹੈ। ਉਹਦੇ ਮਨ ਦੀ ਟੁੱਟ ਭੱਜ ਨੂੰ ਪਹਿਲਾਂ ਸਮਝਣਾ ਹੈ, ਤੇ ਫਿਰ ਉਹਨੂੰ ਠੀਕ ਕਰਨ ਦਾ ਕੀ ਯਤਨ ਹੋਣਾ ਚਾਹੀਦਾ ਹੈ, ਇਸ ਚੀਜ਼ 'ਤੇ ਵਰਕ ਕਰਨਾ। ਡਿਗਰੀ ਹੋਲਡਰ ਉਹ ਸਾਡੇ ਮਾਨਸਿਕ ਰੋਗਾਂ ਨੂੰ ਹੀ ਵੇਖ ਰਹੇ। ਜਦੋਂ ਹਜ਼ੂਰ ਬਾਣੀ 'ਚ ਕਹਿੰਦੇ ਨਾ, ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ
जोगी। संसार रोगी नाम दारू मैल लागै सच बिना। ਉੱਥੇ ਸਤਿਗੁਰੂ ਮਹਾਰਾਜ ਸਾਡੇ ਅੰਦਰ ਦੇ ਬੇਸ਼ੁਮਾਰ ਰੋਗਾਂ ਵੱਲ ਸਾਡਾ ਧਿਆਨ, ਤੇ ਚਿੰਤਾ ਨੂੰ ਵੀ ਸਤਿਗੁਰੂ ਨੇ ਰੋਗ ਹੀ ਕਿਹਾ। ਤਿਨ ਕਉ ਵਿਆਪੈ ਚਿੰਤਾ ਰੋਗ। ਇੱਕ ਵਾਕ ਪੰਚਮ ਪਾਤਸ਼ਾਹ ਦਾ ਹੈ, ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ। ਕਈ ਵਾਰ ਬਹੁਤਾ ਹੋਣਾ ਵੀ ਮਤ ਸਮਝੋ ਬੰਦਾ ਸੁਖੀ ਹੋ ਜਾਂਦਾ, ਨਾਲ ਨਾਲ ਜਿਹੜੀ ਮਗਰ ਪਰਛਾਵਾਂ ਬਣ ਕੇ ਜਿਹੜੀ ਪ੍ਰੋਬਲਮ ਆ ਰਹੀ ਉਹਨੂੰ ਵੀ ਫਾਈਂਡ ਆਊਟ ਕਰੀਏ, ਉਹਨੂੰ ਵੀ ਸਮਝੀਏ। ਕਈ ਵਾਰ ਹਜ਼ੂਰ ਕਹਿੰਦੇ ਬਹੁਤ ਹੈ, ਘਾਟਾ ਕੋਈ ਨਹੀਂ, ਪਰ ਚਿੰਤਾ ਨੂੰ ਵੀ ਜਗ੍ਹਾ ਮਿਲ ਗਈ ਹੈ ਜੀਵਨ 'ਚ। ਚਿੰਤਾਵਾਂ ਕੀ ਹਨ? ਮੰਨ ਲਓ ਪਹਿਲਾਂ ਨਹੀਂ ਸੀ, ਤਰਲੇ ਸਨ, ਤਰਸ ਸੀ, ਹੈ ਨਹੀਂ, ਹੁਣ ਆ ਗਿਆ, ਤੇ ਹੁਣ ਇਹ ਹੈ ਵੀ ਇਹ ਕਿਤੇ ਗਵਾਚ ਨਾ ਜਾਏ, ਖਤਮ ਨਾ ਹੋ ਜਾਏ। ਕੋਈ ਇੱਕ ਪ੍ਰੋਬਲਮ ਥੋੜ੍ਹੀ ਹੈ ਨਹੀਂ ਸੀ ਤਾਂ ਵੀ ਪਰੇਸ਼ਾਨੀ ਹੈ ਤੇ ਤਾਂ ਵੀ ਪਰੇਸ਼ਾਨੀ ਹੈ। ਹੁਣ ਦੂਜੀ ਕਿਸਮ ਦੀ ਪਰੇਸ਼ਾਨੀ ਹੈ ਵੀ ਇਹ ਹੁਣ ਜੋ ਮੈਨੂੰ ਮਿਲਿਆ ਇਹ ਕਿਤੇ ਚਲਿਆ ਨਾ ਜਾਏ, ਇਹ ਚਲਾ ਗਿਆ ਤੇ ਮੈਂ ਕੀ ਕਰਾਂਗਾ, ਮੇਰਾ ਬਣੇਗਾ ਕੀ, ਹੋਏਗਾ ਕੀ। ਇਸ ਵਾਸਤੇ ਮੁਆਫ ਕਰਨਾ ਅਸੀਂ ਸਾਰੇ ਹੀ ਸਮੇਤ ਮੇਰੇ ਆਪਾਂ ਸਾਰੇ ਹੀ ਅਰਦਾਸ ਕਰਦੇ, ਵਾਹਿਗੁਰੂ ਆਹ ਚਾਹੀਦਾ, ਆਹ ਚਾਹੀਦਾ, ਆਹ ਚਾਹੀਦਾ। ਤੇ ਕਦੇ ਆਪਣੇ ਆਪ ਨੂੰ ਪੁੱਛ ਕੇ ਵੇਖਿਆ ਵੀ ਜਿੰਨਾ ਕੁਝ ਮਿਲਿਆ ਸੱਚੀ ਮੈਂ ਉਹਦੇ 'ਚ ਖੁਸ਼ ਹੋਇਆ, ਉਹਦੇ 'ਚ ਸੈਟਿਸਫਾਈ ਹੋਇਆ? ਨਹੀਂ ਹੋਇਆ ਤੇ ਇਹ ਵੀ ਗੁਰੂ ਨੂੰ ਪੁੱਛੀਏ ਵੀ ਮਹਾਰਾਜ ਇਹਦਾ ਕੀ ਰੀਜ਼ਨ ਹੋ ਸਕਦਾ। ਉਹ ਨਹੀਂ ਕਿਸੇ ਨੇ ਪੁੱਛਣਾ, ਕਿਉਂਕਿ ਉਹਨੇ ਤੁਹਾਨੂੰ ਇੱਕ ਹੋਰ ਪ੍ਰੋਸੈਸ 'ਚ ਪਾ ਦੇਣਾ। ਉਹ ਪ੍ਰੋਸੈਸ ਅਸੀਂ ਕਰਨਾ ਨਹੀਂ ਚਾਹੁੰਦੇ, ਉਹ ਇਕਾਗਰਤਾ ਸਾਥੋਂ ਬਣ ਨਹੀਂ ਪਾਉਣੀ। ਤਾਂ ਸੌਖਾ ਕੰਮ ਹੈ। ਅਸੀਂ ਸਾਡੀ ਦ੍ਰਿਸ਼ਟੀ ਵਿੱਚ ਗੁਰੂ ਨਾਲ ਅਸੀਂ ਕੇਵਲ ਪਦਾਰਥਾਂ ਦੀ ਡੀਲ ਕਰਦੇ ਹਾਂ, ਇਸ ਤੋਂ ਵੱਧ ਕੁਝ ਨਹੀਂ। ਇਸ ਕਰਕੇ ਸਾਡਾ ਜੀਵਨ ਪਦਾਰਥਾਂ ਦੇ ਢੇਰ 'ਤੇ ਬਹਿ ਕੇ ਬੜਾ ਨੀਰਸ ਜਿਹਾ, ਉਦਾਸ ਜਿਹਾ, ਢਹਿੰਦੀ ਕਲਾ ਵਾਲਾ ਕੋਈ ਹਾਲਤ ਨਹੀਂ ਸਾਡੀ, ਕਿਉਂਕਿ ਅਸੀਂ ਗੁਰੂ ਦਾ ਇਹ ਵਾਕ ਜਿਹੜਾ ਹੈ, ਸਤਿਗੁਰੂ ਨੇ ਸਾਨੂੰ ਸੁਚੇਤ ਕੀਤਾ ਸੀ। ਮਹਾਰਾਜ ਇਹ ਕਿਤੇ ਨਹੀਂ ਕਹਿ ਰਹੇ ਵੀ ਤੁਹਾਡੇ ਕੋਲ ਬਹੁਤਾ ਨਾ ਹੋਵੇ, ਇਹਦਾ ਗਲਤ ਭਾਵ ਨਾ ਲੈਣਾ। ਪਰ ਸਤਿਗੁਰੂ ਇਹ ਜ਼ਰੂਰ ਕਹਿ ਰਹੇ ਨੇ ਵੀ ਜਿਹੜੀ ਪ੍ਰੋਬਲਮ ਨਾਲ ਆਉਣੀ ਉਹਦੇ ਤੋਂ ਆਪਣੇ ਆਪ ਨੂੰ ਬਚਾਉਣਾ ਤੂੰ ਕਿਵੇਂ, ਇਹ ਤੇਰੇ ਜ਼ਿਹਨ, ਤੇਰੇ ਚੇਤੇ 'ਚ ਹੋਣਾ ਚਾਹੀਦਾ। ਸਤਿਗੁਰਾਂ ਦਾ ਇੱਕ ਵਾਕ ਹੈ, ਜੋ ਰਾਜ ਦੇ ਤਾਂ ਕਵਨ ਵਡਾਈ, ਜੋ ਭੀਖ ਮੰਗਾਵੇਂ ਤਾਂ ਕਿਆ ਕੱਟ ਜਾਏ। ਤੂੰ ਹਰ ਭਜ ਮਨ ਮੇਰੇ ਪਦ ਨਿਰਬਾਨ, ਬਹੁਰ ਨਾ ਹੋਏ ਤੇਰਾ ਆਵਨ ਜਾਨ। ਇਸ ਵਾਕ ਦੇ ਵਿੱਚ ਸਤਿਗੁਰੂ ਨੇ ਇਹ ਨਹੀਂ ਕਿਹਾ ਵੀ ਸਭ ਕੁਝ ਛੱਡ ਕੇ ਕਟੋਰਾ ਫੜ ਲਓ ਭਰਥਰੀ ਹਰੀ ਬਾਉ। ਇਹ ਕਿਹਾ ਵੀ ਮੈਂਟਲੀ ਪ੍ਰਪੇਅਰ ਰਹੋ ਵੀ ਜੇ ਨਾ ਰਿਹਾ ਨਾ ਜੋ ਕੁਝ ਮੇਰੇ ਕੋਲ ਹੈ ਤਾਂ ਮੈਂ ਜੀਣਾ ਕਿਵੇਂ। ਉਸ ਹਾਲਤ ਲਈ ਵੀ ਆਪਣੇ ਆਪ ਨੂੰ ਥੋੜ੍ਹਾ ਰੈਡੀ ਰੱਖੋ। ਫਿਰ ਕੀ ਗੱਲ ਹੈ, ਜੀਵਨ ਇੰਨਾ ਥੋੜ੍ਹਾ ਮਾਰਿਆ ਨਹੀਂ ਵੀ ਪਦਾਰਥ ਘੱਟ ਹੋਣ ਤੇ ਜ਼ਿੰਦਗੀ ਦੇ ਅਰਥ ਗਵਾ ਜਾਣਗੇ। ਨਹੀਂ, ਅੱਜ ਅਸੀਂ ਕਬੀਰ ਸਾਹਿਬ ਤੋਂ ਸੇਧ ਲੈ ਰਹੇ ਹਾਂ, ਕੋਈ ਸੋਨੇ ਦੇ ਮੰਦਰਾਂ 'ਚ ਨਹੀਂ ਸਨ ਰਹਿੰਦੇ। ਹੋ ਭਗਤ ਰਵਿਦਾਸ ਜੀ ਕੋਲੋਂ ਸੇਧ ਪ੍ਰਾਪਤ ਕਰ ਰਹੇ ਹਾਂ, ਕੋਈ ਪੱਕਾ ਘਰ ਵੀ ਨਹੀਂ ਸੀ, ਕੱਖਾਂ ਦੀ ਕੁੱਲੀ ਵਿੱਚ ਬਹਿ ਕੇ ਸਾਰੀ ਉਮਰ ਚਮੜੇ ਦਾ ਕੰਮ ਕੀਤਾ, ਪਰ ਉਹਨਾਂ ਦੀ ਅਮੀਰੀ ਤੋਂ ਅਸੀਂ ਕੁਝ ਸਿੱਖਣ ਦਾ ਯਤਨ ਕਰਦੇ ਹਾਂ। ਅਚਿੰਤ ਦਾ ਮਤਲਬ ਹੈ ਅੰਦਰ ਦੀਆਂ ਉਹ ਚਿੰਤਾਵਾਂ ਤੋਂ ਮੁਕਤ ਹੋ ਜਾਣਾ, ਜਿਹੜੀਆਂ ਸਥਿਤੀ ਮੁਤਾਬਕ। ਇੱਕ ਤਾਂ ਹੁੰਦੀ ਸਿਚੁਏਸ਼ਨ, ਮੰਨ ਲਓ ਬੱਚੇ ਨੇ ਪੇਪਰ ਦੇਣੇ ਨੇ, ਸਟ੍ਰੈਸ ਹੈ, ਕੀ ਹੋਏਗਾ। ਤੇ ਆਪਾਂ ਇਹ ਵੀ ਜਾਣਦੇ ਵੀ ਬੱਚੇ ਦਾ ਸਟ੍ਰੈਸ ਘਟਾਉਣ ਲਈ ਆਪਾਂ ਨੂੰ ਕਿੰਨੇ ਘਰ ਦੇ ਵਿੱਚ ਕਈ ਕੁਝ ਕਰਨਾ ਪੈਂਦਾ ਵੀ ਤੂੰ ਇੰਨੀ ਟੈਨਸ਼ਨ ਨਾ ਦਿਮਾਗ ਦੇ, ਕਿਉਂਕਿ ਬਿਮਾਰ ਹੋ ਜਾਂਦੇ ਨੇ ਬੱਚੇ ਕਈ ਵਾਰ। ਉਹਨੂੰ ਸਮਝਾਇਆ ਜਾਂਦਾ ਵੀ ਇਹ ਪੇਪਰ ਤੇਰੀ ਜ਼ਿੰਦਗੀ ਨੂੰ ਜ਼ਿਆਦਾ ਕੀਮਤੀ ਨਹੀਂ, ਤੂੰ ਹੈ ਤੇ ਇਹ ਸਾਰਾ ਕੁਝ ਹੈ, ਇਸ ਕਰਕੇ ਸਟ੍ਰੈਸ ਨਹੀਂ, ਤੂੰ ਪ੍ਰਪੇਅਰ ਰਹਿ। ਤੇ ਦੂਜਾ ਇੱਕ ਹੋਰ, ਇਹ ਤਾਂ ਸਿਚੁਏਸ਼ਨ ਕਰਕੇ ਆਈ ਹੋਈ ਚਿੰਤਾ, ਸਥਿਤੀ ਜਿਹਨੂੰ ਆਪਾਂ ਕਹਿੰਦੇ ਹਾਂ। ਇੱਕ ਹੈ ਜਿਹੜੀ ਅਨਕੰਡੀਸ਼ਨਲ ਹੈ, ਜਿਹੜੀ ਕਿਸੇ ਉਹ ਬਣੀ ਹੋਈ ਹੈ ਅੰਦਰ ਲਗਾਤਾਰ। ਚਿੰਤ ਖਟੋਲਾ ਵਾਣ ਦੁੱਖ ਬਿਰਹਿ ਵਿਛਾਵਣ ਲੇਖ, ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ। ਉਹ ਪੱਕੇ ਤੌਰ ਦੇ ਉੱਤੇ ਸਥਿਤੀਆਂ 'ਚੋਂ ਨਿਕਲ ਕੇ ਸਾਡੇ ਅੰਦਰ ਭਵਿੱਖ 'ਚ ਕੀ ਹੋਏਗਾ ਇੱਕ ਡਰ ਹੈ, ਇੱਕ ਸ਼ੱਕ ਪੈ ਜਾਂਦਾ ਹੈ, ਸੰਦੇਹ ਪੈ ਜਾਂਦਾ ਹੈ, ਸਨਕ ਪੈ ਜਾਂਦਾ ਹੈ ਅੰਦਰ। ਉਹ ਫਿਰ ਸਾਡੇ ਅੰਦਰ ਜਮ੍ਹਾਂ ਹੁੰਦੀ ਜਾਂਦੀ ਚੀਜ਼ ਉਹ ਡਿਸਟਰਬ ਕਰਦੀ ਰਹਿੰਦੀ। ਸਾਨੂੰ ਖੁਦ ਵੀ ਉਹਦਾ
ਮਨੋਵਿਗਿਆਨੀਆਂ ਨੇ ਕਿਹਾ ਵੀ ਸਾਨੂੰ ਖੁਦ ਵੀ ਨਹੀਂ ਪਤਾ ਲੱਗਦਾ ਵੀ ਅਸੀਂ ਇਸ ਰੋਗ ਤੋਂ ਪੀੜਤ ਹਾਂ। ਸਾਨੂੰ ਖੁਦ ਵੀ ਉਸ ਚੀਜ਼ ਦਾ ਗਿਆਨ ਇਲਮ ਨਹੀਂ ਹੁੰਦਾ। ਇਹ ਇੰਨੀ ਖਤਰਨਾਕ ਹੋ ਨਿਬੜਦੀ ਹੈ। ਘੁਣ ਲੱਗਦਾ ਨਾ, ਜਿਹੜਾ ਘੁਣ ਉਹਨਾਂ ਨੇ ਇਹਨੂੰ ਤਰਜੀਹ ਦਿੱਤੀ ਤਸ਼ਬੀਹ ਘੁਣ ਨਾਲ। ਘੁਣ ਜਿਹੜਾ ਲੱਕੜ ਨੂੰ ਅੰਦਰੋਂ ਅੰਦਰ ਖਾਂਦਾ, ਬਾਹਰੋਂ ਲੱਕੜ ਐ ਸਾਫ ਸੁਥਰੀ ਵਧੀਆ ਦਿਸਦੀ। ਅੰਤਰ ਚਿੰਤਾ ਨੈਣੀ ਸੁਖੀ, ਮੂਲ ਨਾ ਉਤਰੈ ਭੁੱਖ, ਨਾਨਕ ਸੱਚੇ ਨਾਮ ਬਿਨ ਕਿਸੈ ਨਾ ਲੱਥੋ ਦੁੱਖ। ਤੋ ਫਰਮਾਇਆ ਅਖੀਰਲੇ ਬੰਦ ਵਿੱਚ, ਸ਼ੀਪੇ ਕੇ ਘਰ ਜਨਮ ਦੈਲਾ, ਗੁਰ ਉਪਦੇਸ਼ ਪਹਿਲਾ। ਮਰਾਠੀ ਦਾ ਸ਼ਬਦ ਹੈ ਆਏਲਾ, ਜਾਏਲਾ, ਭਏਲਾ, ਖਾਏਲਾ। ਜਿਹੜੇ ਭੂਤਕਾਲ ਦੇ ਸ਼ਬਦ ਨੇ, ਗਿਆ ਸੀ, ਕੀਤਾ ਸੀ, ਹੋਇਆ ਸੀ, ਉਹਨੂੰ ਮਰਾਠੀ ਦੇ ਵਿੱਚ ਇਹਨਾਂ ਸ਼ਬਦਾਂ ਨਾਲ ਲਿਖਿਆ ਜਾਂਦਾ। ਭਏਲਾ, ਸ਼ੀਪੇ ਕੇ ਘਰ ਜਨਮ ਦੈਲਾ, ਦਏਲਾ ਅਸਲ ਸ਼ਬਦ ਦਏਲਾ, ਇਹ ਤੇ ਸਿੱਧਾ ਲਿਖਿਆ ਦੈਲਾ। ਸ਼ੀਪੇ ਦੇ ਘਰ, ਛੀਂਬਿਆਂ ਦੇ ਪਰਿਵਾਰ ਵਿੱਚ, ਜਿਨ੍ਹਾਂ ਦਾ ਕੰਮ ਕੱਪੜਿਆਂ ਨੂੰ ਛੰਡਣਾ, ਉਹਨਾਂ ਦੇ ਪਰਿਵਾਰ ਵਿੱਚ ਪਰਮੇਸ਼ਰ ਨੇ ਮੇਰਾ ਜਨਮ ਦਿੱਤਾ ਹੈ। ਯਾਨੀ ਕਿ ਉਹ ਪਰਿਵਾਰ ਹੀ ਇਹੋ ਜਿਹਾ ਵੀ ਜਿਹੜਾ ਇਹ ਜੀ ਕਿਰਤ ਕਰਦਾ, ਉਹਨਾਂ ਦੇ ਘਰ ਮੇਰਾ ਜਨਮ ਹੈ। ਪਰ ਉਹ ਕਹਿੰਦੇ ਮੈਨੂੰ ਅਫਸੋਸ ਨਹੀਂ ਹੈ ਕੋਈ ਇਸ ਗੱਲ ਦਾ ਵੀ ਮਤਾ ਕੋਈ ਸੋਚੇ ਵੀ ਵਿਚਾਰਾ ਨਾਮਦੇਵ, ਇਸ ਤਰ੍ਹਾਂ ਕੋਈ ਕਵੇ ਵੀ ਵਿਚਾਰੇ ਕਬੀਰ ਜੀ। ਨਹੀਂ ਨਹੀਂ, ਵਿਚਾਰੇ ਨਹੀਂ ਹਨ ਉਹ। ਉਹਨਾਂ ਨੇ ਕਿੱਥੇ ਮੰਨਿਆ ਵੀ ਸਾਡੇ ਨਾਲ ਧੱਕਾ ਹੋਇਆ ਸੀ, ਇਸ ਬਰਾਦਰੀ 'ਚ ਪੈਦਾ ਹੋਏ। ਉਹ ਤਾਂ ਕਹਿੰਦੇ ਕਬੀਰ ਮੇਰੀ ਜਾਤ ਕਹੋ, ਸਭ ਕੋ ਹਸਨੇ ਹਾਰ, ਬਲਿਹਾਰੀ ਇਸ ਜਾਤ ਕੋ ਸਦਕੇ। ਮੈਂ ਕਿਉਂ ਆਖਾਂ ਵੀ ਮੇਰੀ ਕਿਰਤ ਮਾੜੀ, ਮੈਂ ਕਿਉਂ ਆਖਾਂ ਮੇਰਾ ਮਾਂ ਪਿਓ ਮਾੜਾ ਹੈ। ਮੈਂ ਤਾਂ ਸ਼ੁਕਰ ਕਰਦਾ ਵੀ ਵਾਹਿਗੁਰੂ ਨੇ ਮੈਨੂੰ ਇਹ ਪਰਿਵਾਰ, ਇਹ ਕਿਰਤ, ਇਹ ਦਾਤ ਬਖਸ਼ੀ ਹੈ। ਹਾਂ, ਮੈਂ ਉਹਨਾਂ ਲੋਕਾਂ ਨੂੰ ਜ਼ਰੂਰ ਕਹਿੰਦਾ ਜਿਹੜੇ ਮੈਨੂੰ ਨਫ਼ਰਤ ਕਰਦੇ ਨੇ, ਮੇਰੀ ਜ਼ਾਤ, ਮੇਰੀ ਗਰੀਬੀ, ਮੇਰੀ ਬਰਾਦਰੀ, ਉਹ ਸਿੱਖ ਨੇ, ਬਿਮਾਰ ਨੇ ਬੰਦੇ, ਹਉਮੈ ਦੇ ਰੋਗ ਤੋਂ ਪੀੜਤ ਨੇ। ਵਰਨਾ ਮੈਨੂੰ ਕੋਈ ਮਲਾਲ ਨਹੀਂ ਆਪਣੀ ਜ਼ਿੰਦਗੀ ਦੇ ਉੱਤੇ। ਉਹ ਕਹਿੰਦੇ ਨੇ ਸ਼ੀਪੇ ਕੇ ਕਰਜ, ਮੈਂ ਇਹਨੂੰ ਵੀ ਤੇਰੀ ਦਾਤ ਸਮਝਦਾ। ਮੈਂ ਕਿਰਤ ਕਰ ਰਿਹਾ, ਮੈਂ ਕੰਮ ਕਰ ਰਿਹਾ, ਮੇਰੇ ਕੋਲ ਇਹ ਸਿਚੁਏਸ਼ਨ ਹੈ, ਇਹਦੇ ਵਿੱਚ ਮੈਂ ਪ੍ਰਸੰਨ ਹਾਂ, ਸੈਟਿਸਫਾਈ ਹਾਂ। ਗੁਰ ਉਪਦੇਸ਼ ਪਹਿਲਾ, ਤੇ ਮੈਨੂੰ ਗੁਰੂ ਦਾ ਉਪਦੇਸ਼ ਵੀ ਮਿਲ ਗਿਆ ਹੈ। ਸੋਨੇ ਤੇ ਸੁਹਾਗੇ ਦੀ ਗੱਲ ਹੈ ਵੀ ਗੁਰੂ ਦਾ ਉਪਦੇਸ਼ ਵੀ ਮੈਨੂੰ ਪ੍ਰਾਪਤ ਹੋ ਗਿਆ, ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਹੈ ਜੀਵਨ ਵਾਸਤੇ। ਫਿਰ ਇਹਦੇ ਨਾਲ ਕੀ ਹੋਇਆ, ਸੰਤਾਂ ਕੈ ਪ੍ਰਸਾਦ ਨਾਮਾ ਹਰ ਭੇਟਲਾ। ਵੇਖੋ ਉਹਨਾਂ ਦੀ ਆਪਣੀ ਰਸਨਾ ਦੀ ਗਵਾਹੀ ਹੈ। ਅੱਗੇ ਗੁਰੂ ਅਰਜਨ ਸਾਹਿਬ ਦਾ ਸ਼ਬਦ ਵੀ ਆਪਾਂ ਇੱਕ ਵਿਚਾਰਿਆ ਭਗਤ ਧੰਨਾ ਜੀ ਦੇ ਸੰਬੰਧ ਵਿੱਚ, ਧੰਨੈ ਧਨ ਪਾਇਆ ਧਰਣੀ ਧਰ, ਮਿਲ ਜਨ ਸੰਤ ਸਮਾਨਿਆ। ਭਗਤ ਧੰਨਾ ਜੀ ਨੇ ਖੁਦ ਕਿਹਾ, ਤੇ ਪੰਚਮ ਪਾਤਸ਼ਾਹ ਮਹਾਰਾਜ ਦੀ ਮੋਹਰ ਛਾਪ ਥੱਲੇ ਵੀ ਇਹ ਸ਼ਬਦ ਆਪਾਂ ਵੇਖਿਆ ਹੈ, ਇਹ ਬਿਦ ਸੁਣ ਕੈ ਜਾਟਰੋ ਉਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ। ਤੇ ਸਾਡੇ ਬਾਣੀ ਨੂੰ ਅੱਖੋਂ ਪਰੋਖੇ ਕਰਕੇ ਕੇਵਲ ਸਾਡੇ ਤੁਹਾਡੇ ਵਰਗੇ ਲੋਕਾਂ ਦੀਆਂ ਲਿਖੀਆਂ ਸਾਖੀਆਂ ਨੂੰ ਬਾਣੀ ਤੋਂ ਵੱਧ ਮਹੱਤਤਾ ਦੇਣ ਵਾਲਿਆਂ ਨੇ ਭਗਤ ਨਾਮਦੇਵ ਸਾਹਿਬ ਨਾਲ ਵੀ ਕੋਈ ਘੱਟ ਐਸੀਆਂ ਛੋਛੀਆਂ ਗੱਲਾਂ ਨਹੀਂ ਜੋੜੀਆਂ। ਉਹਨਾਂ ਨੂੰ ਵੀ ਖੂਬ ਪੱਥਰ ਦੀ ਪੂਜਾ ਕਰਵਾਈ। ਅੱਗੇ ਸ਼ਬਦ ਆਉਣਗੇ, ਆਪਾਂ ਵਿਚਾਰਾਂਗੇ। ਉਹਨਾਂ ਦੀ ਆਪਣੀ ਰਸਨਾ ਦੇ ਸ਼ਬਦ ਨੇ ਔਰ ਗੁਰੂ ਗ੍ਰੰਥ ਸਾਹਿਬ 'ਚ ਦਰਜ ਨੇ। ਇੱਕ ਹੈ ਪਾਥਰ ਕੀਜੈ ਭਾਉ, ਦੂਜੇ ਪਾਥਰ ਧਰੀਏ ਪਾਉ, ਜੇ ਉਹ ਦਿਓ ਤਾਂ ਉਹ ਭੀ ਦੇਵਾ, ਕਹਿ ਨਾਮ ਦਿਓ ਹਾਮੋ ਹਰ ਕੀ ਸੇਵਾ। ਇੱਥੇ ਹੁਣ ਕੀ ਗਵਾਹੀ ਹੈ, ਸੰਤਾਂ ਕੈ ਪ੍ਰਸਾਦ ਨਾਮਾ ਹਰ ਭੇਟਲਾ। ਸਤ ਸੰਗੀਆਂ ਦੀ ਕਿਰਪਾ ਦੇ ਨਾਲ ਨਾਮਦੇਵ ਪਰਮੇਸ਼ਰ ਨੂੰ ਪ੍ਰਾਪਤ ਕਰ ਗਿਆ। ਨਾਮਦੇਵ ਦਾ ਮਿਲਾਪ ਵਾਹਿਦ ਇੱਕ ਸਿਰਜਣਹਾਰ ਪ੍ਰਭੂ ਦੇ ਨਾਲ ਸੁਰਤ ਕਰਕੇ ਹੋ ਗਿਆ। ਕਿਵੇਂ? ਗੁਰ ਉਪਦੇਸ਼ ਪਹਿਲਾ, ਗੁਰੂ ਦਾ ਉਪਦੇਸ਼ ਤੇ ਸਤ ਸੰਗਤ ਦੀ ਕਿਰਪਾ ਦੇ ਨਾਲ ਮੈਂ ਉਸ ਪਰਮੇਸ਼ਰ ਵਾਹਿਗੁਰੂ ਨੂੰ ਆਪਣੇ ਹਿਰਦੇ ਵਿੱਚੋਂ ਖੋਜ ਲਿਆ। ਗਰੀਬ ਨਵਾਜ ਬਖਸ਼ਿਸ਼ ਕਰਨ। ਸ਼ਬਦ ਦਾ ਇਹ ਪਾਵਨ ਉਪਦੇਸ਼ ਤੇ ਭਾਵ ਸਾਡੇ ਸਭਨਾਂ ਦੇ ਮਨ ਹਿਰਦਿਆਂ ਦਾ ਸ਼ਿੰਗਾਰ ਬਣੇ। ਪਾਤਸ਼ਾਹ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ। ਆਪ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।